ਸਤਨਾਮ ਵਾਹਿਗੁਰੂ ਸਾਹਿਬ ਜੀ। ਮਲਾਰ ਮਹਿਲਾ ਪਹਿਲਾ। ਦੁਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਣ ਹੱਥ ਦਾਨ। ਨਿਤ ਨਿਤ ਲੇਹ ਨਾ ਛੀਜੈ ਦੇਹ, ਅੰਤ ਕਾਲ ਜਮ ਮਾਰੈ ਠੇਹ। ਦੁਖ ਮਹੁਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਣ ਹੱਥ ਦਾਨ। ਨਿਤ ਨਿਤ ਲੇਹ ਨਾ ਛੀਜੈ ਦੇਹ, ਅੰਤ ਕਾਲ ਜਮ ਮਾਰੈ ਠੇਹ। ਐਸਾ ਦਾਰੂ ਖਾਹੇ ਗਵਾਰ, ਜਿਤ ਖਾਦੈ ਤਿਰ ਜਾਹੇ ਵਿਕਾਰ। ਰਹਾਉ ਰਾਜਮਾਲ ਜੋਬਨ ਸਭ ਸ਼ਾਮ, ਰਥ ਫਿਰੰਦੇ ਦੀ ਸਹਿ ਥਾਮ। ਦੇਹ ਨਾ ਨਾਉ ਨਾ ਹੋਵੇ ਜਾਤ, ਉਥੈ ਦੇਹ ਐਥੇ ਸਭ ਰਾਤ। ਸਾਧ ਕਰ ਸਮੱਦਾ ਤ੍ਰਿਸ਼ਨਾ ਘਿਓ ਤੇਲ, ਕਾਮ ਕ੍ਰੋਧ ਅਗਨੀ ਸਿਉ ਮੇਲ। ਹੋਮ ਜਗ ਅਰ ਪਾਠ ਪੁਰਾਣ, ਜੋ ਤਿਸ ਭਾਵੈ ਸੋ ਪਰਵਾਣ। ਤਪ ਕਾਗਦ ਤੇਰਾ ਨਾਮ ਨਿਸ਼ਾਨ, ਜਿਨ ਕੋ ਲਿਖਿਆ ਇਹੋ ਨਿਧਾਨ। ਸੇ ਤਨਵੰਤ ਦਿਸਹਿ ਘਰ ਜਾਏ, ਨਾਨਕ ਜਨਨੀ ਧਨੀ ਮਾਏ। ਤਪ ਕਾਗਦ ਤੇਰਾ ਨਾਮ ਪਰਵਾਨ, ਨਾਮ ਨਿਸ਼ਾਨ, ਜਿਨ ਕੋ ਲਿਖਿਆ ਇਹੋ ਨਿਧਾਨ। ਸੇ ਤਨਵੰਤ ਦਿਸਹਿ ਘਰ ਜਾਏ, ਨਾਨਕ ਜਨਨੀ ਧਨੀ ਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਜੁਗੋ ਜੁਗ ਅਟਲ, ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜੋ ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੀ ਹਜ਼ੂਰੀ 'ਚ ਬੈਠ ਕੇ ਗੁਰਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਆਪ ਜੀ ਜੋ ਹਰ ਰੋਜ਼ ਸਰਵਣ ਕਰਦੇ ਹੋ, ਉਹਦੇ ਨਾਲ ਸੰਬੰਧਿਤ ਸਤਿਗੁਰੂ ਜੀ ਦੇ ਇਹ ਪਾਵਨ ਵਚਨ ਮਲਾਰ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਅੱਜ ਦਾ ਇਹ ਮੁੱਖ ਵਾਕ ਸਤਿਗੁਰੂ ਨਾਨਕ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ, ਜਿਸ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਨੂੰ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੇ ਦੁੱਖਾਂ ਤੋਂ, ਪਰੇਸ਼ਾਨੀਆਂ ਤੋਂ ਬਚਣ ਦੇ ਲਈ ਇੱਕ ਜੁਗਤ ਦਰਸਾਈ ਹੈ। ਮਨੁੱਖ ਸਰੀਰਕ ਤੌਰ ਤੇ ਤੰਦਰੁਸਤ ਰਹਿਣ ਦੇ ਲਈ ਕਈ ਤਰ੍ਹਾਂ ਦੇ ਦਵਾਈਆਂ ਵਰਤਦਾ ਹੈ, ਸਾਧਨ ਵਰਤਦਾ ਹੈ। ਕਈ ਵਾਰੀ ਦਵਾਈਆਂ ਨਾਲ ਆਰਾਮ ਨਾ ਆਏ, ਬੰਦਾ ਧਾਰਮਿਕ ਕਰਮ ਹੀ ਕਰਦਾ ਹੈ, ਪਾਠ ਪੂਜਾ ਕਰਦਾ ਹੈ ਕਿ ਸ਼ਾਇਦ ਇੱਦਾਂ ਹੀ ਮੈਨੂੰ ਤੰਦਰੁਸਤੀ ਮਿਲ ਜਾਏ। ਇਸ ਤੋਂ ਇਲਾਵਾ ਹੋਰ ਵੀ ਬਹੁਤ ਯਤਨ ਕਰਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਇਹ ਤੇ ਗੱਲ ਸਰੀਰਕ ਰੋਗਾਂ ਤੋਂ ਬਚਣ ਦੀ ਹੈ। ਸਰੀਰ ਤਾਂ ਸਦਾ ਕਾਇਮ ਨਹੀਂ ਰਹਿਣਾ, ਚਲੋ ਸਰੀਰ ਨੂੰ ਤੰਦਰੁਸਤ ਰੱਖਣ ਲਈ ਯਤਨ ਕਰਨੇ ਚਾਹੀਦੇ ਨੇ, ਪਰ ਅਸਲੀ ਜੋ ਰੋਗ ਜਿਸ ਗੱਲ ਤੋਂ ਪੈਦਾ ਹੋਏ ਨੇ, ਜੋ ਕਾਰਨ ਹੈ ਦੁੱਖਾਂ ਦਾ, ਉਹ ਨੇ ਸਾਡੇ ਮਨ ਦੇ ਰੋਗ, ਮਨ ਨੂੰ ਲੱਗੇ ਹੋਏ ਵਿਕਾਰ।
ਸਰੀਰਕ ਰੋਗਾਂ ਤੋਂ ਬਚਣ ਲਈ ਅਸੀਂ ਦਵਾਈ ਵਰਤਦੇ ਹਾਂ, ਪਰ ਸਤਿਗੁਰੂ ਜੀ ਕਹਿੰਦੇ ਮਨ ਦੇ ਰੋਗਾਂ ਤੋਂ ਬਚਣ ਲਈ ਦਵਾਈ ਵਰਤਣੀ ਚਾਹੀਦੀ ਹੈ। ਸਤਿਗੁਰੂ ਨਾਨਕ ਸਾਹਿਬ ਜੀ ਬਾਣੀ 'ਚ ਕਹਿੰਦੇ ਜਿੱਧਰ ਦੇਖੋ ਸਾਰੀ ਦੁਨੀਆ ਹੀ ਰੋਗੀ ਹੈ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸੱਚ ਬਿਨਾ। ਸਾਰਾ ਸੰਸਾਰ ਰੋਗੀ ਹੈ। ਇਸ ਰੋਗੀ ਜਗਤ ਦਾ ਇਲਾਜ ਹੈ ਪ੍ਰਮਾਤਮਾ ਦਾ ਨਾਮ। ਰੋਗਾਂ ਦਾ ਕਾਰਨ ਕੀ ਹੈ? ਗੁਰਬਾਣੀ ਕਹਿੰਦੀ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਰੋਗਾਂ ਦੀ ਜੋ ਜੜ ਹੈ, ਮੂਲ ਹੈ, ਉਹ ਇਹ ਹੈ ਕਿ ਮਨੁੱਖ ਪਰਮਾਤਮਾ ਨੂੰ ਭੁਲਾ ਦਿੰਦਾ ਹੈ। ਪਰਮਾਤਮਾ ਨੂੰ ਭੁਲਾਉਣ ਦਾ ਅਰਥ ਹੈ ਕਿ ਜੋ ਵਾਹਿਗੁਰੂ ਜੀ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਨਾ, ਇਹ ਜ਼ਿੰਦਗੀ ਜਿਉਣ ਦੀ ਕੋਈ ਜੁਗਤ ਹੈ, ਕੋਈ ਸਿਸਟਮ ਹੈ, ਕੋਈ ਤਰੀਕਾ ਹੈ, ਉਹਨੂੰ ਮਨੁੱਖ ਭੁਲਾ ਦਿੰਦਾ ਹੈ। ਪਹਿਲੀ ਗੱਲ, ਜਿਸ ਰੱਬ ਨੇ ਜ਼ਿੰਦਗੀ ਦਿੱਤੀ ਉਹਨੂੰ ਹੀ ਭੁਲਾਤਾ। ਜੇ ਜ਼ਿੰਦਗੀ ਦੇਣ ਵਾਲੇ ਦੇ ਪ੍ਰਤੀ ਪਿਆਰ ਨਹੀਂ ਤੇ ਜ਼ਿੰਦਗੀ ਨਾਲ ਵੀ ਮਨੁੱਖ ਦਾ ਕੋਈ ਪਿਆਰ ਨਹੀਂ ਹੈ। ਦੇਖੋ, ਜੇ ਮਨੁੱਖ ਦਾ ਜ਼ਿੰਦਗੀ ਦੇ ਨਾਲ ਪਿਆਰ ਹੋਏ ਤੇ ਬਹੁਤੇ ਕਾਰਨ ਮਨੁੱਖ ਦੇ ਦੁੱਖਾਂ ਦੇ ਸਿਰਫ ਖਾਣ ਪੀਣ ਤੋਂ ਸੋਚਣ ਤੋਂ ਹੀ ਨੇ, ਹੋਰ ਤੇ ਕੋਈ ਨਹੀਂ ਹੈ। ਤੇ ਮਨੁੱਖ ਫਿਰ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਕੋਈ ਸਾਧਨ ਅਪਣਾਏ। ਇਹਦਾ ਮਤਲਬ ਕਿ ਮਨੁੱਖ ਜ਼ਿੰਦਗੀ ਵੱਲੋਂ ਵੀ ਲਾਪਰਵਾਹ ਹੈ, ਇੱਧਰ ਵੀ ਬਹੁਤਾ ਜ਼ਿੰਮੇਵਾਰ ਨਹੀਂ ਹੈ। ਗੁਰਬਾਣੀ ਕਹਿੰਦੀ ਦੁੱਖਾਂ ਦਾ ਕਾਰਨ ਹੈ ਕਿ ਜਦੋਂ ਅਸੀਂ ਪਰਮਾਤਮਾ ਨੂੰ ਭੁਲਾਤਾ, ਕੇਵਲ ਰਸਾਂ ਕਸਾਂ 'ਚ ਖਾਣ ਪੀਣ ਵਿੱਚ ਪੈ ਗਏ, ਸਵਾਦਾਂ 'ਚ ਪੈ ਗਏ, ਤਾਂ ਸਾਡੀ ਜ਼ਿੰਦਗੀ 'ਚ ਰੋਗ ਪੈਦਾ ਹੋਏ। ਮੈਲ ਲਾਗੇ ਸੱਚ ਬਿਨਾ। ਜਦੋਂ ਅਸੀਂ ਸੱਚ ਤੋਂ ਦੂਰ ਗਏ ਉਦੋਂ ਸਾਡੇ ਅੰਦਰ ਮੈਲ ਪੈਣੀ ਸ਼ੁਰੂ ਹੋ ਗਈ। ਜਿਵੇਂ ਸੂਰਜ ਤੋਂ ਦੂਰ ਜਾਓ ਤੇ ਹਨੇਰਾ ਹੁੰਦਾ ਹੀ ਹੈ, ਸੱਚ ਨਾਲੋਂ ਟੁੱਟਦੇ ਜਾਓ। ਜਦੋਂ ਵੀ ਵਾਹਿਗੁਰੂ ਜੀ ਦੇ ਨਾਮ ਦੀ ਗੱਲ ਕੀਤੀ ਹੈ ਸਤਿਗੁਰੂ ਜੀ ਨੇ, ਨਾਮ ਦਾ ਅਰਥ ਸਿਰਫ ਕੋਈ ਮੰਤਰ ਜਪਣ ਤੋਂ ਹੀ ਨਹੀਂ ਹੈ, ਉਹ ਪਹਿਲਾ ਪੜਾਅ ਹੈ, ਜ਼ਰੂਰੀ ਹੈ। ਹਰ ਧਰਮ ਦੇ ਲੋਕ ਆਪੋ ਆਪਣੀ ਆਸਥਾ ਅਨੁਸਾਰ ਕੋਈ ਰਾਮ ਰਾਮ ਕਹਿ ਕੇ ਪ੍ਰਭੂ ਨੂੰ ਚੇਤੇ ਕਰਦਾ ਹੈ, ਕੋਈ ਅੱਲਾ ਗੋਡ ਖੁਦਾ ਕਹਿ ਕੇ ਰੱਬ ਨੂੰ ਚੇਤੇ ਕਰਦਾ ਹੈ, ਗੁਰਸਿੱਖ ਵਾਹਿਗੁਰੂ ਕਹਿ ਕੇ ਉਹਨੂੰ ਯਾਦ ਕਰਦੇ ਨੇ। ਲੇਕਿਨ ਇਕੱਲਾ ਵਾਹਿਗੁਰੂ ਕਹਿਣਾ ਹੀ ਵਾਹਿਗੁਰੂ ਜੀ ਦਾ ਸਿਮਰਨ ਨਹੀਂ ਹੈ, ਇਹ ਤੇ ਪ੍ਰਥਮ ਪੜਾਅ ਹੈ। ਜਦੋਂ ਅਸੀਂ ਨਾਮ ਦੀ ਗੱਲ ਕਰਦੇ ਹਾਂ ਤੇ ਨਾਮ ਦਾ ਅਰਥ ਹੈ ਕਿ ਜ਼ਿੰਦਗੀ 'ਚ ਇਮਾਨਦਾਰੀ ਆ ਜਾਏ, ਜ਼ਿੰਦਗੀ 'ਚ ਸੱਚ ਦਾ ਧਾਰਨੀ ਬੰਦਾ ਬਣ ਜਾਏ, ਜ਼ਿੰਦਗੀ 'ਚ ਉਹਦੇ ਸੰਤੋਖ ਆ ਜਾਏ, ਜ਼ਿੰਦਗੀ 'ਚ ਉਹਦੇ ਮਨ 'ਚ ਦਇਆ ਆ ਜਾਏ, ਤਰਸ ਆ ਜਾਏ। ਇਹ ਨਾਮ ਨਾਲ ਜੁੜਨਾ। ਜਦੋਂ ਅਸੀਂ ਨਾਮ ਨਾਲੋਂ ਟੁੱਟਦੇ ਹਾਂ ਉਦੋਂ ਸਾਡੇ ਅੰਦਰ ਬੇਈਮਾਨੀ ਆਉਂਦੀ ਹੈ, ਉਦੋਂ ਸਾਡੇ ਅੰਦਰ ਹੰਕਾਰ ਆਉਂਦਾ ਹੈ, ਉਦੋਂ ਸਾਡੇ ਅੰਦਰ ਅਨੇਕ ਤਰ੍ਹਾਂ ਦੇ ਵਿਕਾਰ ਆਪਣੇ ਆਪ ਆ ਹੀ ਜਾਂਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੈਲ ਲਾਗੇ ਸੱਚ ਬਿਨਾ। ਸੱਚ ਨਾਲੋਂ ਟੁੱਟਣ ਕਰਕੇ ਮਨੁੱਖ ਦੇ ਅੰਦਰ ਮੈਲ ਲੱਗ ਗਈ। ਇਹ ਮੈਲ ਮਨੁੱਖ ਦੇ ਦੁੱਖਾਂ ਦਾ ਕਾਰਨ ਹੈ। ਇਹਨਾਂ ਦੁੱਖਾਂ ਤੋਂ, ਰੋਗਾਂ ਤੋਂ, ਭਾਵੇਂ ਸਰੀਰਕ ਨੇ, ਭਾਵੇਂ ਮਾਨਸਿਕ ਨੇ, ਭਾਵੇਂ ਆਤਮਿਕ ਨੇ, ਇਹਨਾਂ ਤੋਂ ਬਚਣ ਦਾ ਸਾਧਨ ਸਤਿਗੁਰੂ ਨਾਨਕ ਸਾਹਿਬ ਜੀ ਅੱਜ ਦੇ ਮੁਖ ਵਾਕ ਰਾਹੀਂ ਦਰਸਾ ਰਹੇ ਨੇ। ਜੋ ਬਚਨ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਨੇ, ਆਓ ਆਪਾਂ ਮਿਲ ਕੇ ਵਿਚਾਰੀਏ। ਗੁਰੂ ਸ਼ਬਦ ਨਾਲ ਸੁਰਤ ਨੂੰ ਜੋੜਨ ਦੇ ਲਈ ਮਨ ਚਿੱਤ ਨੂੰ ਇਕਾਗਰ ਕਰਦੇ ਹਾਂ। ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਮਲਾਰ ਮਹਿਲਾ ਪਹਿਲਾ, ਦੁੱਖ ਮੋਰਾ ਮਾਰਨ ਹਾਰ ਨਾਮ। ਗੁਰੂ ਕੇ ਇਹ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1256 ਅਤੇ 57 ਤੇ ਅੰਕਿਤ ਹਨ। ਮੁੱਖ ਵਾਕ ਦੀਆਂ ਜੋ ਰਹਾਉ ਵਾਲੀਆਂ ਪੰਕਤੀਆਂ ਨੇ, ਜਿਨ੍ਹਾਂ ਵਿੱਚ ਮੂਲ ਭਾਵ ਸ਼ਬਦ ਦਾ ਅੰਕਿਤ ਹੁੰਦਾ ਹੈ। ਐਸਾ ਦਾਰੂ ਖਾਹੇ ਗਵਾਰ, ਜਿਤ ਖਾਦੇ ਤੇਰੇ ਜਾਹੇ ਬੇਕਾਰ। ਗਵਾਰ ਦਾ ਅਰਥ ਹੁੰਦਾ ਮੂਰਖ। ਉਹ ਮੂਰਖ ਬੰਦਿਆ, ਤੂੰ ਜ਼ਿੰਦਗੀ 'ਚ ਦੁੱਖਾਂ ਤੋਂ ਬਚਣ ਲਈ ਹੋਰ ਬਹੁਤ ਯਤਨ ਕਰਦਾ ਹੈ, ਬੜੀ ਦੌੜ ਭੱਜ ਕਰਦਾ ਹੈ ਬੰਦਾ। ਅਸੀਂ ਦੁਖੀ ਹੋਈਏ ਡਾਕਟਰਾਂ ਕੋਲ ਜਾਂਦੇ ਹਾਂ, ਡਾਕਟਰਾਂ ਕੋਲ ਜਾ ਕੇ ਗੱਲ ਨਾ ਬਣੇ ਹੋਰ ਸਿਆਣਿਆਂ ਕੋਲ ਤੁਰੇ ਫਿਰਦੇ ਹਾਂ। ਧਰਮ ਸਥਾਨਾਂ 'ਤੇ ਵੀ ਅਸੀਂ ਯਤਨ ਕਰਦੇ ਹਾਂ ਕਿ ਕਿਸੇ ਤਰੀਕੇ ਨਾਲ ਰੱਬ ਸਾਡੇ 'ਤੇ ਮਿਹਰ ਕਰ ਦੇਵੇ। ਰੱਬ ਨੇ ਤੇ ਮਿਹਰ ਕਰਕੇ ਸਾਨੂੰ ਜ਼ਿੰਦਗੀ ਦਿੱਤੀ ਹੈ। ਰੱਬ ਨੇ ਮਿਹਰ ਕਰਕੇ ਧਰਤੀ 'ਤੇ ਬੜੇ ਗਿਆਨਵਾਨ ਲੋਕਾਂ ਨੂੰ ਵੀ ਭੇਜਿਆ ਜੋ ਮਨੁੱਖਤਾ ਦੀ ਰਹਿਨੁਮਾਈ ਕਰ ਸਕਣ। ਪਰ ਮਨੁੱਖ ਜਿਹੜਾ ਹੈ ਨਾ, ਉਹ ਉਸ ਰੱਬ ਦੀ ਮਿਹਰ ਨੂੰ ਸਮਝਦਾ ਹੀ ਨਹੀਂ ਹੈ। ਉਹ ਸੋਚਦਾ ਕਿ ਜੋ ਮੈਂ ਕਵਾਂਗਾ ਉਹ ਪੂਰਾ ਹੋ ਜਾਏ, ਉਹ ਰੱਬ ਦੀ ਮਿਹਰ ਹੈ।
ਸਤਿਗੁਰੂ ਸਾਹਿਬ ਜੀ ਕਹਿੰਦੇ, ਬੰਦੇ ਆ ਤੂੰ ਦੁੱਖਾਂ ਤੋਂ ਬਚਣ ਦੇ ਲਈ ਜਾਂ ਸੁੱਖ ਪ੍ਰਾਪਤ ਕਰਨ ਦੇ ਲਈ ਬਹੁਤ ਯਤਨ ਕਰਦਾ, ਲੇਕਿਨ ਜਿਹੜਾ ਯਤਨ ਕਰਨ ਵਾਲਾ ਸੀ ਉਹ ਕਰਦਾ ਹੀ ਨਹੀਂ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੁਝੈ ਕੋਏ। ਬੜੇ ਆਹਰ ਕਰਦਾ, ਕੰਮ ਕਰਦਾ ਬੰਦਾ। ਸਤਿਗੁਰੂ ਜੀ ਕਹਿੰਦੇ ਜਿਸ ਆਹਰ ਦੇ ਨਾਲ ਇਹਦਾ ਉਧਾਰ ਹੋਣਾ, ਉਧਰਨ ਦਾ ਅਰਥ ਹੁੰਦਾ ਹੈ ਦੁੱਖਾਂ ਤੋਂ ਮੁਕਤ ਹੋ ਜਾਣਾ, ਉੱਚੇ ਉੱਠ ਜਾਣਾ। ਜਿਸ ਆਹਰ ਦੇ ਨਾਲ ਇਹਦਾ ਉਧਾਰ ਹੋਣਾ ਉਹ ਆਹਰ ਕੋਈ ਵਿਰਲਾ ਕਰਦਾ, ਹੋਰ ਆਹਰ ਬਹੁਤ ਮਨੁੱਖ ਕਰਦਾ। ਹਰ ਮਨੁੱਖ ਬਹੁਤ ਹੀ ਆਪਣੀ ਜ਼ਿੰਦਗੀ ਅੰਦਰ ਰੁੱਝਾ ਹੈ, ਟਾਈਮ ਹੀ ਨਹੀਂ ਉਹਦੇ ਕੋਲ। ਕਿਸੇ ਮਨੁੱਖ ਨੂੰ ਪੁੱਛ ਲਓ, ਕਹਿੰਦੇ ਜੀ ਟਾਈਮ ਹੀ ਨਹੀਂ ਮਿਲਦਾ, ਕਰੀਏ ਕੀ? ਰੋਟੀ ਖਾਣ ਦਾ ਟਾਈਮ ਨਹੀਂ ਮਿਲਦਾ ਸਾਨੂੰ, ਤਾਂ ਰੱਬ ਨੂੰ ਯਾਦ ਕਰਨਾ ਤੇ ਇੱਕ ਵੱਖਰੀ ਗੱਲ ਹੈ, ਰੋਟੀ ਖਾਣ ਦਾ ਟਾਈਮ ਨਹੀਂ ਸਾਡੇ ਕੋਲ। ਇੰਨਾ ਮਨੁੱਖ ਜਿਹੜਾ ਹੈ ਉਹ ਜ਼ਿੰਦਗੀ ਦੇ ਅੰਦਰ ਰੁੱਝ ਗਿਆ, ਬਿਜੀ ਹੋ ਗਿਆ, ਇਹਨਾਂ ਧੰਦਿਆਂ ਵਿੱਚ ਗ੍ਰਸਤ ਹੋ ਗਿਆ। ਸਤਿਗੁਰੂ ਜੀ ਨੇ ਆਖਰ ਮਨੁੱਖ ਦੀ ਇਹ ਦਸ਼ਾ ਦੇਖ ਕੇ ਗੱਲ ਕੀ ਕਿ ਬਿਨ ਨਾਵੇਂ ਜਗ ਕਮਲਾ ਫਿਰੇ। ਮਨੁੱਖ ਮਾਨਸਿਕ ਤੌਰ ਤੇ ਠੀਕ ਨਾ ਹੋਵੇ ਤੇ ਐਵੇਂ ਉਹ ਕੰਮ ਕਰਦਾ ਜਿਨ੍ਹਾਂ ਦਾ ਅਰਥ ਕੋਈ ਨਹੀਂ ਹੁੰਦਾ, ਜਿਨ੍ਹਾਂ ਚ ਉਹਨੂੰ ਕੁਝ ਮਿਲਣਾ ਹੀ ਨਹੀਂ ਹੁੰਦਾ। ਤੇ ਸਤਿਗੁਰੂ ਜੀ ਕਹਿੰਦੇ ਮਨੁੱਖ ਦੀ ਹਾਲਤ ਵੀ ਹੈ ਕਿ ਕਮਲਿਆਂ ਵਾਂਗੂ ਫਿਰ ਰਿਹਾ। ਦੇਖੋ, ਕਿਰਤ ਕਰਨੀ ਬਹੁਤ ਜ਼ਰੂਰੀ ਹੈ, ਸਾਡੀ ਡਿਊਟੀ ਵੀ ਹੈ, ਸਾਡਾ ਹੱਕ ਵੀ ਹੈ, ਸਾਡਾ ਫਰਜ਼ ਵੀ ਹੈ। ਕਿਰਤ ਕਰਨ ਲਈ ਅਸੀਂ ਧਰਤੀ ਤੇ ਆਏ ਹਾਂ। ਕਿਰਤ ਦਾ ਅਰਥ ਇਕੱਲੇ ਕੋ ਪੈਸੇ ਕਮਾਉਣ ਤੋਂ ਹੀ ਨਹੀਂ ਹੈ। ਕਿਰਤ ਕਰਨ ਦਾ ਅਰਥ ਹੁੰਦਾ ਉਸਾਰੀ ਕਰਨੀ, ਜਿਸ ਦੇ ਨਾਲ ਅਸੀਂ ਸਰੀਰਕ ਤੌਰ ਤੇ, ਮਾਨਸਿਕ ਤੌਰ ਤੇ, ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ ਹਰ ਪੱਖ ਤੋਂ ਅਸੀਂ ਉੱਚੇ ਉੱਠੀਏ। ਉਸ ਚੀਜ਼ ਨੂੰ ਕਿਰਤ ਕਿਹਾ ਜਾਂਦਾ ਹੈ। ਕਿਰਤ ਕਰਨਾ ਹਰ ਮਨੁੱਖ ਦਾ ਅਧਿਕਾਰ ਹੈ। ਰੋਜੀ ਰੋਟੀ ਕਮਾਉਣਾ ਹਰ ਮਨੁੱਖ ਦਾ ਅਧਿਕਾਰ ਹੈ। ਲੇਕਿਨ ਕੋਈ ਮਨੁੱਖ ਹੋ ਇਹ ਕਹੇ ਕਿ ਮੈਂ ਸਭ ਕੁਝ ਛੱਡ ਕੇ ਕੇਵਲ ਪੈਸੇ ਇਕੱਠੇ ਕਰੀ ਜਾਵਾਂ, ਬਹੁਤ ਜ਼ਿਆਦਾ ਪ੍ਰਾਪਰਟੀ ਬਣ ਜਾਏ, ਤੇ ਉਹ ਅੱਜ ਤੱਕ ਤਾਂ ਕਦੀ ਕਿਸੇ ਦੇ ਨਾਲ ਨਹੀਂ ਗਈ। ਇਸੇ ਕਰਕੇ ਤੇ ਗੁਰਬਾਣੀ ਗੱਲ ਕਹਿੰਦੀ ਕਿ ਗਵਾਰ ਹੈ ਮਨੁੱਖ, ਬਿਨ ਨਾਵੇਂ ਜਗ ਕਮਲਾ ਫਿਰੈ। ਕਿਉਂਕਿ ਛੋੜ ਜਾਏ ਸੇ ਕਰਹਿ ਪਰਾਲ। ਜ਼ਿਮੀਂਦਾਰ ਚੌਲਾਂ ਦੀ ਖੇਤੀ, ਜਿਹਨੂੰ ਅਸੀਂ ਝੋਨਾ ਵੀ ਕਹਿੰਦੇ ਆ, ਧਾਨ ਕਹਿੰਦੇ, ਕੋਈ ਜੀਰੀ ਕਹਿੰਦੇ ਨੇ, ਜਦੋਂ ਇਹ ਵੱਢਦਾ ਹੈ ਨਾ, ਤੇ ਜਿਹੜਾ ਬੰਦਾ ਪਰਾਲੀ ਇਕੱਠੀ ਕਰੀ ਜਾਏ, ਕਹਿੰਦੇ ਨੇ ਲੋਕ ਇਹ ਕਮਲਾ ਹੈ, ਦਾਣੇ ਤੇ ਸੰਭਾਲਦਾ ਨਹੀਂ ਹੈ। ਜਿਹੜੇ ਸੰਭਾਲਣ ਵਾਲੇ ਦਾਣੇ ਉਹਨਾਂ ਨੂੰ ਸੰਭਾਲਦਾ ਨਹੀਂ ਹੈ, ਉਹ ਪੈਲੀ 'ਚ ਪਏ ਨੇ, ਮੀਂਹ ਆ ਗਿਆ ਉੱਥੇ ਹੀ ਉਹ ਰੁੜ ਜਾਣਗੇ, ਭਿੱਜ ਜਾਣਗੇ, ਤੇ ਪਰਾਲੀ ਇਕੱਠੀ ਕਰੀ ਚਲਿਆ ਜਾਂਦਾ। ਸਤਿਗੁਰੂ ਜੀ ਕਹਿੰਦੇ ਮਨੁੱਖ ਦੀ ਹਾਲ ਦੇ ਕੇ ਛੋੜ ਜਾਏ ਸੇ ਕਰਹਿ ਪਰਾਲ, ਕਾਮ ਨਾ ਆਵੇਂ ਸੇ ਜੰਜਾਲ, ਜੋ ਬਹਿਰਾਈ ਸੇਈ ਮੀਤ। ਜਿਹੜੀ ਚੀਜ਼ ਨੇ ਨਾਲ ਜਾਣਾ ਨਾ ਉਹਦਾ ਇਹਨੂੰ ਧਿਆਨ ਨਹੀਂ ਹੈ। ਜਿਹੜੇ ਇਹਦੇ ਵੈਰੀ ਨੇ ਉਹਨਾਂ ਨੂੰ ਇਹ ਮਿੱਤਰ ਸਮਝ ਬੈਠਾ ਹੈ। ਸੰਗ ਸਹਾਈ ਸੋ ਆਵੇ ਨਾ ਚੀਤ। ਜਿਹੜਾ ਪ੍ਰਮਾਤਮਾ ਨਿਤ ਇਹਦਾ ਸੰਗੀ ਸਾਥੀ ਹੈ ਨਾ, ਉਹ ਇਹਦੇ ਚਿੱਤ ਨਹੀਂ ਆਉਂਦਾ। ਦੇਖੋ, ਪ੍ਰਮਾਤਮਾ ਸੰਗੀ ਸਾਥੀ ਹੈ, ਮਨੁੱਖ ਸੋਚਦਾ ਉਹ ਤੇ ਹੈ ਹੀ ਬੜੀ ਦੂਰ ਹੈ। ਜੋ ਇਹਦੇ ਨਾਲ ਹੈ, ਜਿਹਨੇ ਇਹਦੇ ਨਾਲ ਨਿਭਣਾ, ਜਿਹੜਾ ਹਮੇਸ਼ਾ ਇਹਦੇ ਨਾਲ ਹੈ, ਉਹ ਸੋਚਦਾ ਕਿ ਬੜੀ ਦੂਰ ਹੈ। ਹਰ ਬੰਦਾ ਦੇਖ ਲਓ, ਜਦੋਂ ਰੱਬ ਦੀ ਗੱਲ ਕਰਦਾ ਕਹਿੰਦਾ ਜੀ ਉਹ ਆਕਾਸ਼ 'ਚ ਬੈਠਾ ਦੇਖਦਾ ਹੀ ਹੈ ਨਾ ਸਾਡੇ ਵੱਲ, ਆਕਾਸ਼ 'ਚ ਬੈਠਾ। ਕੋਈ ਬੰਦਾ ਮਾੜਾ ਜਿਹਾ ਧਾਰਮਿਕ ਬਣਦਾ ਤੇ ਘਰ ਛੱਡ ਕੇ ਬਾਹਰ ਨੂੰ ਭੱਜਦਾ, ਜੰਗਲਾਂ ਨੂੰ ਭੱਜਦਾ, ਤੀਰਥਾਂ ਨੂੰ ਭੱਜਦਾ, ਕਈ ਪਹਾੜਾਂ ਤੇ ਜਾ ਚੜ੍ਹਦੇ ਨੇ, ਸ਼ਾਇਦ ਰੱਬ ਉੱਥੇ ਬੈਠਾ ਹੋਇਆ। ਜੋ ਇਹਦੇ ਨਾਲ ਸੀ ਉਹ ਇਹਨੂੰ ਦੂਰ ਨਜ਼ਰ ਆਉਣ ਲੱਗ ਪਿਆ। ਜਿਹੜੀ ਚੀਜ਼ ਕਦੀ ਵੀ ਇਹਦੇ ਨਾਲ ਨਹੀਂ ਜਾਣੀ, ਜਿਹਨੇ ਸਾਥ ਨਹੀਂ ਦੇਣਾ, ਉਹਨੂੰ ਇਹ ਆਪਣੀ ਸਮਝਣ ਲੱਗ ਪਿਆ, ਤੇ ਇਹਨੂੰ ਹੀ ਤੇ ਕਮਲਪੁਣਾ ਕਿਹਾ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਬਿਨ ਨਾਮੈ ਜਗ ਕਮਲਾ ਫਿਰੈ। ਨਾਮ ਤੋਂ ਬਿਨਾ ਇਹ ਜਗ ਕਮਲਿਆਂ ਵਾਂਗੂ ਫਿਰਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਬੰਦਿਆ, ਐਸਾ ਦਾਰੂ ਖਾਏ ਗਵਾਰ। ਉਹ ਮੂਰਖ ਪ੍ਰਾਣੀ, ਜ਼ਿੰਦਗੀ ਅੰਦਰ ਇਹੋ ਜਿਹਾ ਦਾਰੂ ਤੂੰ ਖਾ, ਵਰਤ, ਇਹੋ ਜਿਹੀ ਦਵਾਈ ਵਰਤ, ਜਿਤ ਖਾਦੇ ਤੇਰੇ ਜਾਹੇ ਵਿਕਾਰ। ਜਿਸ ਦਾਰੂ ਦੇ ਵਰਤਣ ਦੇ ਨਾਲ ਤੇਰੀ ਜ਼ਿੰਦਗੀ 'ਚੋਂ ਵਿਕਾਰ ਮਿਟ ਜਾਣ। ਜਿਨ੍ਹਾਂ ਵਿਕਾਰਾਂ ਕਰਕੇ ਤੂੰ ਦੁਖੀ ਹੈ। ਰੋਗਾਂ ਦਾ ਕਾਰਨ, ਦੁੱਖਾਂ ਦਾ ਕਾਰਨ ਮਨੁੱਖ ਦੇ ਵਿਕਾਰ ਨੇ। ਵਿਕਾਰ ਕੀ? ਜਿਹਨੂੰ ਆਪਾਂ ਹੰਕਾਰ ਕਹਿੰਦੇ ਆ, ਲੋਭ ਕਹਿੰਦੇ ਆ, ਤ੍ਰਿਸ਼ਨਾ ਕਹਿੰਦੇ ਆ, ਜਿਹਨੂੰ ਆਪਾਂ ਮੋਹ ਕਹਿੰਦੇ, ਇਹ ਸਾਡੇ ਰੋਗਾਂ ਦਾ ਕਾਰਨ ਹੈ। ਉਵੇਂ ਕੋਈ ਰੋਗ ਨਹੀਂ ਹੈ। ਦੇਖੋ, ਨਿੱਕੇ ਜਿਹੇ ਬੱਚੇ ਨੂੰ ਕੋਈ ਚਿੰਤਾ ਹੈ? ਉਹਨੂੰ ਕੋਈ ਚਿੰਤਨ ਹੈ? ਫੁੱਲ ਵਾਂਗੂ ਖਿੜਿਆ ਬੱਚਾ, ਗਰੀਬ ਦਾ ਹੋਏ ਅਮੀਰ ਦਾ ਹੋਏ,
ਛੋਟਾ ਜਿਹਾ ਬੱਚਾ ਐਨ ਫੁੱਲ ਵਾਂਗੂ ਖਿੜਿਆ ਹੁੰਦਾ, ਉਹਦੇ ਚਿਹਰੇ ਤੇ ਕਿੰਨਾ ਆਪਾਂ ਗਲੋ ਦੇਖਦੇ ਹਾਂ, ਕਿੰਨਾ ਨੂਰ ਦੇਖਦੇ ਹਾਂ। ਉਹ ਕਿਉਂਕਿ ਉਹਦੇ ਅੰਦਰ ਜੇ ਕੋਈ ਚਿੰਤਾ ਨਹੀਂ ਹੈ, ਉਹਦੇ ਅੰਦਰ ਕੋਈ ਇਹੋ ਜਿਹਾ ਜੰਜਾਲ ਨਹੀਂ, ਅੰਦਰੋਂ ਉਹ ਬਿਲਕੁਲ ਪਵਿੱਤਰ ਹੈ, ਕੋਰਾ ਹੈ। ਤੇ ਮਨੁੱਖ ਨੇ ਤਾਂ ਜ਼ਿੰਦਗੀ ਦੇ ਅੰਦਰ ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇਤੀ। ਅੱਜ ਜਿੰਨੇ ਦਿਨ ਨੇ ਇਹਦੇ ਲਈ ਜਾਲ ਬਣ ਗਏ, ਜਿੰਨੀਆਂ ਰਾਤਾਂ ਨੇ ਇਹਦੇ ਲਈ ਫਾਹੀਆਂ ਬਣ ਗਈਆਂ, ਜਿੰਨੀਆਂ ਘੜੀਆਂ ਨੇ, ਜਿੰਨੇ ਇਹ ਮਿੰਟ ਨੇ, ਸਕਿੰਟ ਨੇ, ਜਦੋਂ ਮਨੁੱਖ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੈ, ਬੇਈਮਾਨੀ ਦੀਆਂ, ਹੇਰਾ ਫੇਰੀ ਦੀਆਂ, ਠੱਗੀ ਠੋਰੀ ਦੀਆਂ, ਚਤਰ ਚਲਾਕੀਆਂ ਕਰਦਾ ਹੈ, ਉਹ ਸਭ ਕੁਝ ਇੱਕ ਜਾਲ ਬਣਾਈ ਜਾਂਦਾ ਆਪਣੇ ਦੁਆਲੇ। ਮੱਕੜੀ ਹੁੰਦੀ ਨਾ, ਮੱਕੜੀ ਆਪਣੇ ਚੋਂ ਇੱਕ ਬਰੀਕ ਜਿਹਾ ਧਾਗਾ ਤਾਰ ਜੀ ਕੱਢਦੀ ਹੈ, ਉਹ ਤਾਰ ਦੇ ਨਾਲ ਇੱਕ ਜਾਲਾ ਬਣਾਉਂਦੀ। ਆਪਾਂ ਘਰਾਂ 'ਚ ਦੇਖਦੇ, ਜਿੱਥੇ ਕੋਨਾ ਜਿਹਾ ਹੋਏ, ਹਨੇਰਾ ਜਿਹਾ ਹੋਏ, ਜਿੱਧਰ ਸਾਡਾ ਧਿਆਨ ਨਾ ਜਾਏ ਸਫਾਈ ਕਰਨ ਵਾਲੇ ਬੰਨੇ, ਉੱਥੇ ਮੱਕੜੀ ਜਾਲਾ ਬਣਾ ਲੈਂਦੀ ਹੈ। ਉਹ ਜਾਲੇ 'ਚ ਆ ਬੈਠ ਜਾਂਦੀ ਹੈ। ਉਹ ਬੈਠਦੀ ਇਸ ਕਰਕੇ ਕਿ ਉਹਦੇ ਵਿੱਚ ਮੱਛਰ ਇਹੋ ਜਿਹੇ ਕੀਟ ਫਸਣਗੇ ਤੇ ਮੈਂ ਖਾ ਲਵਾਂਗੀ। ਫਸੇ ਹੁੰਦੇ ਨੇ ਕਈ ਜਾਲੇ 'ਚ, ਪਰ ਮੱਕੜੀ ਉਸੇ ਹੀ ਜਾਲੇ 'ਚ ਫਸ ਕੇ ਆਪ ਮਰ ਜਾਂਦੀ ਹੈ। ਮਨੁੱਖ ਵੀ ਜਿਹੜਾ ਹੈ ਨਾ, ਜ਼ਿੰਦਗੀ 'ਚ ਇੱਕ ਜਾਲ ਹੁੰਦਾ ਕਿ ਇਸ ਤਰੀਕੇ ਨਾਲ ਮੈਂ ਬਹੁਤ ਕੁਝ ਬਣ ਜਾਵਾਂਗਾ, ਬਹੁਤ ਕੁਝ ਇਕੱਠਾ ਕਰ ਲਵਾਂਗਾ। ਜਾਲ ਬਣ ਜਾਂਦਾ ਹੈ ਔਰ ਲੋਕਾਂ ਨੂੰ ਫਸਾ ਵੀ ਲੈਂਦਾ ਜਾਲ ਵਿੱਚ, ਬਹੁਤ ਕੁਝ ਇਕੱਠਾ ਵੀ ਕਰ ਲੈਂਦਾ, ਪਰ ਉਸ ਜਾਲ ਵਿੱਚ ਇਹ ਇਹੋ ਜਿਹਾ ਫਸਦਾ ਹੈ, ਇਹ ਨਿਕਲ ਨਹੀਂ ਸਕਦਾ। ਦੁੱਖਾਂ ਦਾ ਕਾਰਨ ਕਿ ਮਨੁੱਖ ਫਸ ਗਿਆ ਜਾਲ ਵਿੱਚ, ਜਿਹਨੂੰ ਜੰਜਾਲ ਵੀ ਕਿਹਾ ਹੈ। ਉਸ ਜਾਲ ਵਿੱਚੋਂ ਨਿਕਲਣ ਦੇ ਲਈ ਸਤਿਗੁਰੂ ਜੀ ਕਹਿੰਦੇ, ਬੰਦਿਆ ਇੱਕੋ ਇੱਕ ਤਰੀਕਾ ਹੈ, ਪਰਮਾਤਮਾ ਨੂੰ ਚੇਤੇ ਕਰ। ਬੰਦਾ ਡੁੱਬ ਰਿਹਾ ਹੋਏ ਨਾ, ਉਹ ਜ਼ੋਰ ਦੀ ਰੌਲਾ ਪਾਏ ਤੇ ਕੋਈ ਬਚਾਉਣ ਵਾਲਾ ਆ ਹੀ ਜਾਂਦਾ ਨਾ। ਸਤਿਗੁਰੂ ਜੀ ਕਹਿੰਦੇ, ਜੇ ਤੂੰ ਇਹਨਾਂ ਵਿਕਾਰਾਂ 'ਚ ਫਸ ਗਿਆ, ਡੁੱਬ ਰਿਹਾ ਭਉ ਸਾਗਰ ਦੇ ਅੰਦਰ, ਤੇ ਜ਼ੋਰ ਦੀ ਅਰਦਾਸ ਕਰ, ਉਸ ਵਾਹਿਗੁਰੂ ਜੀ ਨੂੰ ਯਾਦ ਕਰ। ਜਿਉਂ-ਜਿਉਂ ਤੂੰ ਪਰਮਾਤਮਾ ਦੇ ਨਾਮ ਨੂੰ ਚੇਤੇ ਕਰੇਂਗਾ, ਤੇਰੇ ਵਿਕਾਰ ਮਿਟਦੇ ਜਾਣਗੇ, ਕਮਜ਼ੋਰ ਹੁੰਦੇ ਜਾਣਗੇ, ਤੂੰ ਅੰਦਰੋਂ ਬਲਵਾਨ ਹੁੰਦਾ ਜਾਏਗਾ। ਸਤਿਗੁਰੂ ਜੀ ਉਹ ਦਾਰੂ ਵਰਤਣ ਦੇ ਲਈ, ਬਣਾਉਣ ਦੇ ਲਈ ਯੁਗ ਦੱਸਦੇ ਨੇ। ਉਹ ਦਾਰੂ ਕਿਤੇ ਬਾਹਰ ਨਹੀਂ ਲੈਣ ਜਾਣਾ ਪੈਣਾ। ਇਹੀ ਤੇ ਗੁਰੂ ਸਾਹਿਬ ਜੀ ਦੀ ਵਡਿਆਈ ਹੈ। ਆਪਾਂ ਦੇਖਦੇ ਹਾਂ ਧਰਮ ਦੀ ਦੁਨੀਆ 'ਚ ਵੀ ਏਜੰਟ ਬੈਠੇ ਹੋਏ ਨੇ। ਜੇ ਰੱਬ ਨਾਲ ਜੋੜਨਾ ਤੇ ਆਓ ਤੁਹਾਨੂੰ ਅਸੀਂ ਦੱਸਦੇ ਕਿ ਨਾਮ ਕਿਵੇਂ ਜਪਣਾ, ਆਓ ਤੁਹਾਨੂੰ ਦੱਸਦੇ ਕਿ ਧਿਆਨ ਕਿਵੇਂ ਧਰਨਾ। ਸੋਹਣੀਆਂ ਦੁਕਾਨਾਂ ਚੱਲ ਰਹੀਆਂ ਨੇ ਦੁਨੀਆ ਦੇ ਅੰਦਰ ਧਾਰਮਿਕ ਲੋਕਾਂ ਦੀਆਂ, ਹਾਲਾਂਕਿ ਉਹ ਆਪ ਜੁੜੇ ਨਹੀਂ ਹੁੰਦੇ, ਲੋਕਾਂ ਨੂੰ ਜੋੜਨ ਦੀ ਗੱਲ ਕਰਦੇ ਨੇ। ਨਾਮ ਤੇ ਮਨੁੱਖ ਉਦੋਂ ਵੀ ਜਪਦਾ ਸੀ ਜਦੋਂ ਇਸ ਧਰਤੀ ਤੇ ਅਜੇ ਉਹ ਪ੍ਰਗਟ ਨਹੀਂ ਸੀ ਹੋਇਆ। ਗੁਰਬਾਣੀ ਕਹਿੰਦੀ ਹੈ ਕਿ ਜਨਮ ਲੈਣ ਤੋਂ ਪਹਿਲਾਂ ਵੀ ਨਾਮ ਮਨੁੱਖ ਜਪਦਾ ਸੀ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਉਦੋਂ ਇਹਨੂੰ ਜੁਗਤ ਕੌਣ ਦੱਸਦਾ ਸੀ, ਧਿਆਨ ਧਰਨ ਦੀ ਗੱਲ ਕੌਣ ਦੱਸਦਾ ਸੀ ਉਦੋਂ ਭਾਈ? ਉਦੋਂ ਤੇ ਕੋਈ ਬੋਲੀ ਕੋਈ ਨਹੀਂ ਜਾਣਦਾ। ਹੁਣ ਧਰਤੀ ਤੇ ਆ ਕੇ ਇਹਨੂੰ ਲੋੜ ਪੈ ਗਈ ਕਿ ਉਹ ਤੁਹਾਨੂੰ ਦੱਸੀਏ ਧਿਆਨ ਕਿਵੇਂ ਧਰਨਾ ਹੈ, ਸਮਾਧੀ ਕਿਵੇਂ ਲਾਉਣੀ ਹੈ, ਸਿਮਰਨ ਕਿਵੇਂ ਕਰਨੇ। ਉਦੋਂ ਤੇ ਕੋਈ ਨਹੀਂ ਸੀ ਦੱਸਦਾ, ਉਦੋਂ ਤੇ ਜਪੀ ਜਾਂਦਾ ਸੀ। ਦਰਅਸਲ ਨਾਮ ਮਨੁੱਖ ਜਪਦਾ ਸੀ, ਪਰ ਇੱਥੇ ਇਹਦੇ ਉੱਪਰ ਮੋਹ ਮਾਇਆ ਦਾ ਗਲਵਾ ਪੈ ਗਿਆ। ਇਹ ਪ੍ਰਮਾਤਮਾ ਦੇ ਨਾਮ ਨੂੰ ਭੁਲਾ ਬੈਠਾ। ਜਿਵੇਂ ਕੋਈ ਰਤਨ ਗਵਾ ਲੇ ਤੇ ਦੁਖੀ ਹੁੰਦਾ ਨਾ, ਬੰਦਾ ਵੀ ਆਪਣੇ ਉਸ ਰਤਨ ਨੂੰ ਗਵਾ ਬੈਠਾ। ਸਤਿਗੁਰੂ ਜੀ ਕਹਿੰਦੇ ਤੈਨੂੰ ਦੱਸ ਦੇ ਜੁਗਤ ਕੀ ਹੈ ਪ੍ਰਮਾਤਮਾ ਦੇ ਨਾਮ ਵਿੱਚ ਜੁੜਨ ਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜੋ ਮਸਤਕ ਝੁਕਾਉਂਦਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਰਹਿਬਰ ਮੰਨਦਾ ਹੈ, ਉਹਨੂੰ ਕਿਤੇ ਕਿਸੇ ਕੋਲ ਜਾ ਕੇ ਭਟਕਣ ਦੀ ਲੋੜ ਨਹੀਂ ਕਿ ਮੈਨੂੰ ਨਾਮ ਜਪਣ ਦੀ ਜਾਚ ਦੱਸੋ। ਉਹਨੂੰ ਸਿਰਫ ਗੁਰੂ ਕੀ ਗੱਲ ਬਾਣੀ ਨੂੰ ਸਮਝਣ ਦੀ ਲੋੜ ਹੈ। ਹਾਂ, ਨਹੀਂ ਸਮਝ ਆਉਂਦੀ ਤੇ ਕੋਈ ਸਮਝਾ ਦੇਵੇ, ਬਹੁਤ ਚੰਗੀ ਗੱਲ ਹੈ, ਕਿਸੇ ਕੋਲੋਂ ਸਮਝ ਲੈ। ਲੇਕਿਨ ਜੋ ਜੁਗਤ, ਜੋ ਤਰੀਕਾ, ਜੋ ਸਰਲ ਮਾਰਗ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤਾ ਹੈ, ਦੁਨੀਆ ਦਾ ਕੋਈ ਮਨੁੱਖ ਨਹੀਂ ਦਰਸਾ ਸਕਦਾ, ਕੋਈ ਜੁਗਤ ਨਹੀਂ ਦੱਸ ਸਕਦਾ ਜੋ ਜੁਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ 'ਚ। ਫਿਰ ਸਤਿਗੁਰੂ ਜੀ ਨੇ ਸਾਡੀ ਬੋਲੀ ਵਿੱਚ ਦੱਸੀ, ਕੋਈ ਉਲਝਣਾਂ ਨਹੀਂ ਖੜੀਆਂ ਕੀਤੀਆਂ। ਧਰਮ ਦੀ ਦੁਨੀਆ ਦੇ ਅੰਦਰ ਤਾਂ ਧਰਮ ਨੂੰ ਲੋਕਾਂ ਨੇ ਇੱਕ ਜੰਜਾਲ ਬਣਾ ਦਿੱਤਾ। ਧਰਮ ਸੀ ਜ਼ਿੰਦਗੀ ਅੰਦਰ ਸਰਲ ਹੋਣਾ, ਧਰਮ ਸੀ ਜ਼ਿੰਦਗੀ ਅੰਦਰ ਜੰਜਾਲ ਤੋਂ ਮੁਕਤ ਹੋਣਾ। ਪਰ ਆਪਾਂ ਦੇਖਦੇ ਧਰਮ ਹੀ ਜੰਜਾਲ ਬਣ ਗਿਆ ਬੰਦੇ ਲਈ, ਧਰਮ ਬੋਝ ਬਣ ਗਿਆ ਬੰਦੇ ਲਈ। ਧਰਮ ਦੇ ਡਿਪਰੈਸ਼ਨ 'ਚ ਹੀ ਬੰਦਾ ਕਈ ਵਾਰੀ ਦਬਿਆ ਜਾਂਦਾ ਹੈ। ਧਰਮ ਇਸ ਕਰਕੇ ਬੋਝ ਬਣ ਗਿਆ, ਜੇ ਇਹ ਨਾ ਕੀਤਾ ਤੇ ਰੱਬ ਨਾਰਾਜ਼ ਹੋ ਜਾਏਗਾ, ਉਹ ਨਾ ਕੀਤਾ ਤੇ ਰੱਬ ਨਾਰਾਜ਼ ਹੋਏਗਾ। ਰੱਬ ਕੀ ਹੋਇਆ? ਉਹ ਬੜਾ ਹੋਛਾ ਹੋ ਗਿਆ ਜਿਹੜਾ ਝੱਟ ਨਾਰਾਜ਼ ਹੋ ਜਾਏਗਾ।
क्योंकि मनुख नाराज हुंदा है, मनुख ने रब नूं अपनी वर्गा बना लिया। सतगुरु साहिब जी कहते हैं कि आ तैनूं दसां, जे तू वो दारू वरतना चाहुंदा है तो वह तरीका यह है कि दुख मोहरा मारन हर नाम मोहरा। मोहरा जहर नूं कहंदे ने, आपां देखदे हां घातक हुंदी है जहर, शरीर नूं खत्म कर दिंदी है। दुख जिहड़ा है ना ये भी जिंदगी च घातक है। कोई भी दुख जिहड़ा है ना वो जिंदगी नूं खत्म करता है। मानसिक चिंता होए, पीड़ा होए, शरीरक दुख होए, उस शरीर नूं जिंदगी नूं डैमेज करता जाता है। कोई भी दुख होवे, भावें शरीरक है भावें वो मानसिक है, वो मनुख की जिंदगी नूं घटाई चलिया जाता है, कमजोर करी चलिया जाता है। सतगुरु जी कहते जिहड़े दुख जहर वर्गे, जिवें जहर नहीं खत्म करती मनुख नूं, जहर मनुख की मौत का कारण बन जाती है। दुख मनुख दे मौत का कारण बनता है। आपां देखदे कई बारी बंदा दुखों च इन्ना दब जाता है, चिंतावां च इन्ना दब जाता है, डिप्रैशन चलिया जाता है, डिप्रैशन जाते डीप डिप्रैशन चलिया जाता है और कई बारी अपनी जिंदगी नूं खत्म कर लैंदा है। अज दे समाज ते घटनावां आम ही वापर रहीआं ने। अज दा समाज ही साडा इहो जिहा बन गया। जिधर नज़र मारीए मनुख ने अपनी चिंतावां दे बड़े प्रबंध कीते हुए ने, परेशानियां दे लई उन्हें बड़े जाल उणे हुए ने मनुख ने। हुण उन्हां जालां चों कड्ढे कोई, जिन्हां कोल जांदा है वो ते आप उन्हां जंजालां 'च ही फसे हुए ने, उन्हां की कड्ढना, वो आप फसे हुए ने। इस करके सतगुरु जी कहते भलिया तैनूं आ दसदे आ, जिहड़ा दुख है ना जहर वर्गा है, जहर शरीर लई घातक है, दुख जिंदगी च घातक है, दुख कदी जिंदगी च सुखदाई नहीं हो सकता। तू इदां कर, दुख ये जहर वर्गा है, जिवें हकीम हुंदे ना वो जहर तो भी दवाई बना लैंदे ने। हकीम जहर तो दवाई बना लैंदे। ये बड़े बड़े खतरनाक जिहड़े जहरीले सप ने, इन्हां तो बड़ियां चंगियां दवाइयां बनदियां ने, पर जुगत आउणी चाहिदी, तरीका होना चाहिए। सतगुरु जी कहंदे ये जिहड़े दुख ने ये जहर वर्गे ने। मारन हर नाम, मारन दा हुंदा मसाले। जिहड़े हकीम ने वो देखो कई जड़ियां बूटियां पा के ना फिर जहर चों ही दवाई कढ लैंदे ने। इस तरीके नाल सतगुरु जी कहंदे ये जिहड़ा दुख है इहनूं जे तू दवाई बनाउणा है, इहदे विच मारन दा अर्थ हुंदा जड़ियां बूटियां मसाले। तू नाम दा मसाला पा इहदे विच। दुख वेले परमात्मा नूं याद कर, दुख विच परमात्मा दा नाम चेते कर। नाम जिहड़ा ये मसाले दी निआई है। शिला संतोख पीसण हथ दान। हुण जदों हकीम लोग सन, अजकल ते डॉक्टर आ गए, फैक्ट्रियां दवाइयां बनदियां ने, लेकिन जदों हकीम लोग हुंदे सन, अज भी आपां देखदे जिहड़े देसी हकीम ने वो खरल दे विच पीसदे ने दवाइयां नूं, जां किसी सीड़ा ते रख के, पत्थर दी सिल ते रख के उन्हूं वट्टे दे नाल पीसदे ने। सतगुरु जी कहंदे भाई तू संतोख दी सिड़ा लै। सिड़ सिड़ हुंदा पत्थर दा छोटा जिहा टुकड़ा। संतोख दी सिड़ा लै, पीसण हथ दान। पीसण दा अर्थ हुंदा जिहदे नाल आपां ओह पीद है। एक वट्टा जिहा हुंदा है, पत्थर दे उपर कोई चीज़ रख के फिर उहदे उपर वार-वार इधर उधर फेरी दी, उहनूं पीसण कहंदे ने। सतगुरु जी कहंदे ये जिहड़ा दुख जहर वर्गा है ना, इहदे विच नाम दा मसाला पा, संतोख दी सिड़ा लै ते हथ दान। इन्हां हत्थां नूं दान लई वरत, मनुखता दी सेवा लई वरत। ये समझ ला कि वह पीसण है तेरा, जिहदे नाल तू इस दुख नूं रगड़ना है मसाला पा के नाम दा। भाव के तेरी जिंदगी च वाहिगुरु जी दा नाम आ जाए, नाम नाल जुड़ के तेरे अंदर संतोख आ जाए। संतोख विच जुड़िया होया तू फिर मनुखता दी सेवा करें, दान करें। सेवाकारी संतोखी बंदा सकदा है, दूजा बंदा नहीं सेवा कर सकता। दूजा बंदा जे करदा है वो सेवा नहीं, वह व्यापार हुंदा है। हुण जदों ये कहना जी मैं इन्ने दिन सेवा करांगा, आ कुछ मैनूं मिले, वो सेवा थोड़ी है, वो तो व्यापार है। ए दे दिओ, ए लै लो, ए लै लो, आ दे दिओ, ये तो व्यापार है। गुरबाणी कहंदी सेव कीती संतोखी, जिन्हें सच्चो सच ते आया। संतोखी लोग सेवा कर सकते हैं, सेवा गिणी ही संतोखियां दी जाती है। दूजा तो सिर्फ बंदा जिहड़ा ना कुछ देखा देखी करता है तो कुछ अपने स्वार्थ लिए करता है, वो सेवा नहीं है। इस करके सतगुरु जी कहते ने भाई वाहिगुरु जी के नाम नूं तू मसाला बना। ये दुख का जिहड़ा जहर है ना, इनू संतोख की सिड़ा ते रख, संतोख धारण कर और अपने हाथ विच फिर
ਜਿਹੜਾ ਤੂੰ ਮਨੁੱਖਤਾ ਨੂੰ, ਲੋੜਵੰਦਾਂ ਨੂੰ ਕੁਝ ਚੀਜ਼ਾਂ ਦੇਣੀਆਂ, ਇਹ ਸਮਝ ਲੈ ਕਿ ਤੇਰੇ ਹੱਥ 'ਚ ਵੱਟਾ ਹੈ। ਫਿਰ ਕੀ ਹੋਏਗਾ? ਇਹ ਇੱਕ ਦਵਾਈ ਬਣ ਜਾਏਗੀ। ਜਿਵੇਂ ਸਿਲਾ ਤੇ ਮਸਾਲੇ ਪਾ ਕੇ ਅਸੀਂ ਪੱਥਰ ਦੇ ਨਾਲ ਕੁਝ ਰਗੜਦੇ ਹਾਂ, ਉਹ ਰਗੜ ਕੇ ਫਿਰ ਕੁਸ਼ਤਾ ਬਣ ਜਾਂਦਾ, ਦਵਾਈ ਬਣ ਜਾਂਦੀ ਹੈ। ਇੱਦਾਂ ਇਸ ਦੁੱਖ ਨੂੰ ਰਗੜ ਵਾਹਿਗੁਰੂ ਜੀ ਦੇ ਨਾਮ ਨਾਲ, ਭਾਵ ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਕਰ, ਸੰਤੋਖ ਵਿੱਚ ਆ, ਮਨੁੱਖਤਾ ਦੀ ਸੇਵਾ ਕਰ। ਨਿਤ ਨਿਤ ਲਿਹੋ ਨਾ ਛੀਜੈ ਦੇਹ। ਰੋਗ ਜਿਹੜਾ ਉਹ ਸਰੀਰ ਨੂੰ ਕਮਜ਼ੋਰ ਕਰਦਾ ਹੈ। ਕਮਜ਼ੋਰ ਹੁੰਦਾ ਹੁੰਦਾ ਸਹਿਸੇ ਸਰੀਰ ਖਤਮ ਹੋ ਜਾਂਦਾ ਹੈ। ਇਹ ਦੁੱਖ ਜਿਹੜਾ ਇਹ ਮਨੁੱਖ ਨੂੰ ਜ਼ਿੰਦਗੀ 'ਚ ਕਮਜ਼ੋਰ ਕਰਦਾ, ਭੰਨ ਦਿੰਦਾ, ਤੋੜ ਦਿੰਦਾ। ਦੁੱਖ ਮਨੁੱਖ ਨੂੰ ਜ਼ਿੰਦਗੀ 'ਚ, ਵੱਡੇ ਵੱਡੇ ਸੂਰਮੇ ਜਿਹੜੇ ਨੇ ਟੁੱਟ ਜਾਂਦੇ ਕਈ ਵਾਰੀ ਦੁੱਖਾਂ ਨੂੰ ਦੇਖ ਕੇ। ਪਰ ਆਪਾਂ ਆਹ ਦਿਨ ਚੇਤੇ ਕਰੀਏ, ਗੁਰੂ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦੇ ਦਿਨ। ਇਸ ਧਰਤੀ ਦੇ ਉੱਪਰ ਇਹਦੋਂ ਵੱਡੇ ਦੁੱਖ ਵੀ ਕਿਸੇ ਵਿਅਕਤੀ ਤੇ ਆਏ ਹੋਣਗੇ, ਜਿਹਦਾ ਆਨੰਦਪੁਰ, ਜਿਹੜਾ ਆਨੰਦ ਦਾ ਘਰ ਹੈ, ਉਹ ਉਜੜ ਜਾਵੇ। ਸਾਡਾ ਤੇ ਛੋਟਾ ਜਿਹਾ ਕਾਰੋਬਾਰ ਕਿਤੇ ਡਾਵਾਂਡੋਲ ਹੋ ਜਾਏ, ਅਸੀਂ ਝੱਟ ਹੀ ਘਬਰਾ ਜਾਂਦੇ। ਦੁਨਿਆਵੀ ਬੰਦੇ ਆ ਨਾ, ਅਸੀਂ ਝੱਟ ਹੀ ਇਹਨਾਂ ਡਿਪਰੈਸ਼ਨ ਚਲੇ ਜਾਂਦੇ ਆ, ਚਿੰਤਾ ਚਲੇ ਜਾਂਦੇ, ਗਮਗੀਨ ਹੋ ਜਾਂਦੇ ਆ। ਆਨੰਦਪੁਰ ਜਿਹੜਾ ਹੈ ਉਹ ਆਨੰਦ ਦਾ ਘਰ ਸੀ। ਵੱਡੇ ਵੱਡੇ ਰਾਜਿਆਂ ਦੇ ਤਖਤਾਂ ਨੂੰ ਮਾਤ ਪਾਉਂਦਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਤਖਤ ਦੀ ਜੋ ਸ਼ਾਨੋ ਸ਼ੌਕਤ ਸੀ ਆਨੰਦਪੁਰ ਸਾਹਿਬ 'ਚ, ਉਹ ਉਜੜ ਜਾਣਾ ਅੱਖੀਆਂ ਦੇ ਸਾਹਮਣੇ। ਉਹ ਹਸਤੀ ਜਿਹਦੇ ਅੱਗੇ ਲੱਖਾਂ ਲੋਕੀ ਆ ਕੇ ਮੱਥੇ ਟੇਕਦੇ ਨੇ, ਅੱਖਾਂ ਵਿਛਾਉਂਦੇ ਨੇ, ਉਹ ਵਿਅਕਤੀ ਰਾਤੋਂ ਰਾਤ ਇਕੱਲਾ ਹੀ ਆਪਣੇ ਪਰਿਵਾਰ ਨੂੰ, ਸਾਥੀਆਂ ਨੂੰ ਲੈ ਕੇ ਔਰ ਠੰਡੀ ਰਾਤ ਵਿੱਚ ਤਾਰਿਆਂ ਦੀ ਛਾਵੇਂ ਆਪਣੇ ਘਰ ਨੂੰ ਛੱਡ ਕੇ ਨਿਕਲ ਜਾਏ। ਇਹ ਕੋਈ ਨਿੱਕਾ ਜਿਹਾ ਦੁੱਖ ਨਹੀਂ ਹੈ। ਤੁਹਾਨੂੰ ਕੋਈ ਦਿਨੇ ਕੇ ਘਰੋਂ ਬਾਹਰ ਨਿਕਲ ਜਾ, ਕਿੱਡਾ ਵੱਡਾ ਦੁੱਖ ਹੁੰਦਾ ਹੈ। ਪਰ ਛੱਡ ਕੇ ਨਿਕਲ ਜਾਏ ਉਹ ਵਿਅਕਤੀ ਜਿਹਨੇ ਆਪਣੀ ਇਸ ਸਮਾਜ ਦੀ ਖਾਤਰ ਆਪਣਾ ਪਿਤਾ ਕੁਰਬਾਨ ਕਰ ਦਿੱਤਾ, ਉਸ ਵਿਅਕਤੀ ਦੀ ਸਾਰੀ ਦੁਨੀਆ ਵੈਰੀ ਬਣ ਜਾਏ, ਉਹਦੇ ਮਗਰ ਫੌਜਾਂ ਉਹਨੂੰ ਮਾਰਨ ਲਈ ਤੁਰ ਪੈਣ, ਇੱਕ ਨਿੱਕਾ ਜਿਹਾ ਦੁੱਖ ਨਹੀਂ ਹੈ। ਅਸੀਂ ਤੇ ਕਿਸੇ ਤੇ ਮਾੜਾ ਜਿਹਾ ਅਹਿਸਾਨ ਕਰੀਏ, ਉਹ ਬੁਲਾਏ ਨਾ, ਤੇ ਕਹਿੰਦੇ ਬੰਦੇ ਨੇ ਭੁਲਾ ਹੀ ਦਿੱਤਾ, ਇਹਨੇ ਜੀ ਸਾਨੂੰ ਵਸਾਰ ਹੀ ਦਿੱਤਾ ਹੈ, ਤੇ ਉਹ ਸਾਰਾ ਮੁਲਕ ਉਹਦੇ ਵਿਰੋਧੀ ਹੋ ਜਾਏ। ਫਿਰ ਇੱਥੇ ਬਸ ਨਹੀਂ ਹੈ, ਅੱਖਾਂ ਦੇ ਸਾਹਮਣੇ ਪਰਿਵਾਰ ਉਜੜ ਜਾਏ, ਅੱਖਾਂ ਦੇ ਸਾਹਮਣੇ ਪਰਿਵਾਰ ਕੁਰਬਾਨ ਹੋ ਜਾਏ। ਇਹ ਤੋਂ ਵੱਡਾ ਵੀ ਦੁੱਖ ਹੋ ਸਕਦਾ ਹੈ। ਕਿਸੇ ਮਨੁੱਖ ਦੀ ਜ਼ਿੰਦਗੀ 'ਚ ਦੁੱਖ ਨਹੀਂ ਆਇਆ ਹੋਏਗਾ, ਲੇਕਿਨ ਸਤਿਗੁਰੂ ਜੀ ਨੇ ਉਹਨੂੰ ਕਿਵੇਂ ਮਾਰ ਕੇ ਦਵਾਈ ਬਣਾ ਲਿਆ। ਸਤਿਗੁਰੂ ਜੀ ਕਹਿੰਦੇ ਬੰਦਿਆ, ਇਹ ਜ਼ਹਿਰ ਹੈ ਦੁੱਖ, ਘਾਤਕ ਨੇ ਦੁੱਖ, ਪਰ ਵਾਹਿਗੁਰੂ ਜੀ ਦੇ ਨਾਮ ਦਾ ਮਸਾਲਾ ਵਿੱਚ ਪਾ, ਸੰਤੋਖ ਦੀ ਛਿੜਾ ਹੱਥ ਵਿੱਚ ਮਨੁੱਖਤਾ ਦੀ ਸੇਵਾ ਵਾਲਾ ਵੱਟਾ ਲੈ ਲਾ, ਇੱਕ ਦਾਰੂ ਬਣ ਜਾਏਗਾ। ਇਹ ਦਾਰੂ ਨਿਤ ਨਿਤ ਲਹਿ ਨਾ ਛੀਜੈ ਦੇ। ਰੋਜ਼ ਇਹ ਦਾਰੂ ਵਰਤਿਆ ਕਰ, ਰੋਜ਼ ਪ੍ਰਮਾਤਮਾ ਦੇ ਪਿਆਰ ਜੁੜਿਆ ਕਰ, ਰੋਜ਼ ਸੰਤੋਖ ਵਿੱਚ ਰਿਹਾ ਕਰ, ਰੋਜ਼ ਮਨੁੱਖਤਾ ਦੀ ਸੇਵਾ ਕਰਿਆ ਕਰ। ਤੂੰ ਅੰਦਰੋਂ ਕਮਜ਼ੋਰ ਨਹੀਂ ਹੋਏਗਾ, ਤੇਰਾ ਸਰੀਰ ਜਿਹੜਾ ਹੈ ਇਹ ਕਮਜ਼ੋਰ ਨਹੀਂ ਹੋਏਗਾ। ਅੰਤਕਾਲ ਜਮ ਮਾਰੈ ਠੇਹ। ਆ ਜਿਹੜਾ ਇੱਕ ਡਰ ਹੈ ਨਾ ਕਿ ਅਖੀਰ ਵੇਲੇ ਜਮਦੂਤ ਸਾਨੂੰ ਮਾਰਨਗੇ, ਸਾਨੂੰ ਸਜ਼ਾ ਦੇਣਗੇ, ਉਹ ਬਿਲਕੁਲ ਤੇਰੇ ਨੇੜੇ ਨਹੀਂ ਆਉਣਗੇ। ਪਰ ਕਦੋਂ? ਜਦੋਂ ਐਸਾ ਦਾਰੂ ਖਾਹੇ ਗਵਾਰ। ਉਹ ਪ੍ਰਾਣੀ ਜਦੋਂ ਆਹ ਦਾਰੂ ਵਰਤੇਗਾ ਤੂੰ, ਉਹ ਦਾਰੂ ਕਿਹੜਾ ਹੈ ਕਿ ਦੁੱਖਾਂ ਦੇ ਮੋਹਰੇ ਨੂੰ ਨਾਮ ਦੇ ਵਿੱਚ ਰਲਾ ਕੇ, ਸੰਤੋਖ ਦੀ ਸਿੜਾ ਤੇ ਦਾਨ ਦੇ ਵੱਟੇ ਦੇ ਨਾਲ ਪੀਸ ਕੇ ਇਹਨੂੰ ਰੋਜ਼ ਵਰਤ। ਤੇਰੇ ਸਰੀਰ ਦੇ ਅੰਦਰੋਂ ਵਿਕਾਰ ਮਿਟ ਜਾਣਗੇ, ਤੇਰੇ ਅੰਦਰੋਂ ਅਹੰਕਾਰ ਮਿਟ ਜਾਏਗਾ, ਰੋਗ ਮਿਟ ਜਾਣਗੇ, ਤੇਰਾ ਸਰੀਰ ਕਮਜ਼ੋਰ ਨਹੀਂ ਹੋਏਗਾ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਜਿੱਥੇ ਬੰਦਾ ਰੋਗਾਂ ਤੋਂ ਬਚਣ ਦੇ ਲਈ ਦਾਰੂ ਵਰਤਦਾ ਹੈ, ਵੈਦਾਂ ਹਕੀਮਾਂ ਡਾਕਟਰਾਂ ਦੀ ਰਾਏ ਦੇ ਨਾਲ ਦਾਰੂ ਵਰਤਦਾ ਹੈ ਰੋਗਾਂ ਤੋਂ ਬਚਣ ਦੇ ਲਈ, ਤੂੰ ਇਹ ਦਾਰੂ ਵਰਤ ਜ਼ਿੰਦਗੀ ਦੇ ਅੰਦਰ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਇੱਕ ਹੋਰ ਯਤਨ ਬੰਦਾ ਕਰਦਾ ਹੈ ਕਿ ਮੇਰਾ ਬਹੁਤ ਵੱਡਾ ਰਾਜ ਹੋਏ, ਬਹੁਤ ਵੱਡਾ ਮੇਰੇ ਕੋਲ ਧਨ ਪਦਾਰਥ ਹੋਣ, ਮੈਂ ਸੋਹਣਾ ਜਵਾਨ ਤਗੜਾ ਸਰੀਰਕ ਤੌਰ ਤੇ ਬਾਂਕਾ ਨਜ਼ਰ ਆਵਾਂ, ਰੱਥ ਘੋੜੇ ਮੇਰੇ ਫਿਰਦੇ ਹੋਣ, ਫੌਜਾਂ ਮੇਰੀਆਂ ਇੱਧਰ ਭੱਜੀਆਂ ਫਿਰਨ, ਦੁਨੀਆ ਤੇ ਮੇਰਾ ਬਹੁਤ ਨਾਮ ਹੋ ਜਾਏ, ਫਿਰ ਦੁੱਖ ਨਹੀਂ ਨੇੜੇ ਆਏਗਾ। ਆ ਜਿੰਨੇ ਯਤਨ ਬੰਦਾ ਕਰਦਾ ਹੈ ਨਾ, ਭਾਵੇਂ ਉਹ ਸਮਾਜਿਕ ਤੌਰ ਤੇ ਨੇ, ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ ਨੇ, ਅੱਗੇ ਵਧਣ ਦੇ, ਇਹ ਵਧਣਾ ਮਨੁੱਖ ਦਾ ਅਧਿਕਾਰ ਹੈ, ਵਧਣਾ ਚਾਹੀਦਾ ਹੈ। ਪਰ ਮਨੁੱਖ ਵੱਧਦਾ ਇਸ ਕਰਕੇ ਸ਼ਾਇਦ ਮੈਂ ਦੁੱਖਾਂ ਤੋਂ ਬਚ ਜਾਵਾਂਗਾ। ਬਹੁਤੇ ਲੋਕ ਜਿਹੜੇ ਨੇ ਉਹ ਇਸ ਕਰਕੇ ਨਹੀਂ ਅੱਗੇ ਵੱਧ ਰਹੇ ਕਿ ਅਸੀਂ ਕੁਝ ਸਮਾਜ ਲਈ ਕਰਨਾ। ਬਹੁਤ ਵਿਰਲੇ ਪ੍ਰਾਣੀ ਨੇ ਜਿਹੜੇ ਇਸ ਕਰਕੇ ਰਾਜਨੀਤੀ ਚਾਹੁੰਣਗੇ ਕਿ ਅਸੀਂ ਕੋਈ ਮੁਲਕ ਲਈ ਸੋਚਣਾ ਹੈ, ਸਮਾਜ ਦੀ ਸੇਵਾ ਕਰਨੀ ਹੈ,
ਜਾਂ ਕੋਈ ਕਾਰੋਬਾਰਾਂ ਦੇ ਲਈ ਦੌੜ ਭੱਜ ਇਸ ਲਈ ਕਰਦੇ ਹੋਣਗੇ ਕਿ ਅਸੀਂ ਆਪ ਪੈਰਾਂ ਤੇ ਖੜੇ ਹੋ ਕੇ ਸਮਾਜ ਲਈ ਕੁਝ ਸੋਚਣਾ। ਨਹੀਂ ਤੇ ਹਰ ਕੋਈ ਕਹਿੰਦਾ 4 ਪੈਸੇ ਇਕੱਠੇ ਹੋਣਗੇ, ਕਿਸੇ ਰੁਤਬੇ ਤੇ ਜਾਵਾਂਗੇ, ਸਾਨੂੰ ਕੋਈ ਦੁੱਖ ਕੋਈ ਪਰੇਸ਼ਾਨੀ ਨਹੀਂ ਆਏਗੀ। ਇਹ ਚੀਜ਼ਾਂ ਆ ਜਾਂਦੀਆਂ ਨੇ ਮਨੁੱਖ ਦੇ ਕੋਲ, ਪਰ ਸਤਿਗੁਰੂ ਜੀ ਕਹਿੰਦੇ ਫਿਰ ਕਿਹੜਾ ਬੰਦਾ ਦੁੱਖਾਂ ਤੋਂ ਬਚ ਜਾਂਦਾ। ਜਿੱਧਰ ਨਜ਼ਰ ਮਾਰੋ ਰਾਜੇ ਵੀ ਦੁਖੀ ਨੇ, ਪ੍ਰਜਾ ਵੀ ਦੁਖੀ ਹੈ, ਹਰ ਕੋਈ ਬੰਦਾ ਚਿੰਤਤ ਹੀ ਦਿਸੇ ਸਭ ਕੋਏ। ਸਤਿਗੁਰੂ ਜੀ ਕਹਿੰਦੇ ਉਹ ਭਲਿਆ ਆ ਜਿੰਨਾਂ ਚੀਜ਼ਾਂ ਨੂੰ ਤੂੰ ਸੋਚਿਆ ਨਾ ਕਿ ਇਹਨਾਂ ਨਾਲ ਜੁੜ ਕੇ ਮੈਂ ਦੁੱਖਾਂ ਤੋਂ ਬਚ ਜਾਵਾਂਗਾ, ਰਾਜ ਮਾਲ ਜੋਬਨ ਸਭ ਛਾਮ, ਇਹ ਜਿਹੜਾ ਰਾਜ ਭਾਗ ਹੈ ਨਾ, ਤੇ ਉਹਦੇ ਬਾਅਦ ਜਿਹੜੇ ਧਨ ਪਦਾਰਥ ਮਾਲ ਹੈ ਜਿਹਨੂੰ ਆਪਾਂ ਕਹਿੰਦੇ ਆ ਧਨ ਦੌਲਤ ਹੈ, ਤੇ ਫਿਰ ਜਿਹੜਾ ਜੋਬਨ ਜਵਾਨੀ ਹੈ ਇਹ ਤੇ ਛਾਂ ਵਾਂਗੂ ਹੈ। ਇਹ ਤੇ ਛਾਂ ਵਾਂਗੂ ਹੈ। ਛਾਂ ਜਿਹੜੀ ਹੈ ਨਾ ਉਹ ਸਦਾ ਥਿਰ ਨਹੀਂ ਰਹਿੰਦੀ, ਬਦਲਦੀ ਰਹਿੰਦੀ। ਜਿਉਂ-ਜਿਉਂ ਸੂਰਜ ਫਿਰਦਾ ਹੈ ਪਰਛਾਵਾਂ ਫਿਰਦਾ ਰਹਿੰਦਾ। ਜਦੋਂ ਸੂਰਜ ਚੜ੍ਹਦਾ ਦਰਖਤ ਦੀ ਛਾਂ ਕਿੱਡੀ ਵੱਡੀ ਹੁੰਦੀ ਹੈ, ਸੂਰਜ ਤਾਂ ਚੜੀ ਜਾਏ ਛਾਂ ਛੋਟੀ ਹੁੰਦੀ ਜਾਂਦੀ ਹੈ, ਖਤਮ ਹੋ ਜਾਂਦੀ, ਫਿਰ ਮੁੜ ਜਾਂਦੀ ਹੈ, ਢਲ ਜਾਂਦੀ, ਆਖਰ ਖਤਮ ਹੋ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਹੈ ਨਾ ਸਭ ਕੁਝ, ਭਾਵੇਂ ਉਹ ਰਾਜ ਮਾਲ ਹੈ, ਭਾਵੇਂ ਜੋਬਨ ਜਵਾਨੀ ਹੈ, ਇਹ ਸਭ ਕੁਝ ਜਿਹੜਾ ਹੈ ਨਾ ਇਹ ਸਿਰਫ ਤਾਂ ਸਿਰਫ ਛਾਂ ਦੀ ਨਿਆਈ ਹੈ। ਰੱਥ ਫਿਰਨ ਦੇ ਦੀਸੈ ਥਾਮ। ਸਤਿਗੁਰੂ ਸਾਹਿਬ ਜੀ ਨੇ ਇੱਕ ਬਚਨ ਕਿਹਾ, ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨਸੈ ਉਹ ਮਨ ਪਛਤਾਵੇ। ਜਿਹੜਾ ਬੰਦਾ ਦਰਖਤ ਦੀ ਛਾਂ ਦੇ ਨਾਲ ਹੀ ਪਿਆਰ ਪਾ ਬੈਂਦਾ ਉਹ ਕਿੰਨਾ ਕੁ ਚਿਰ ਸੁਖੀ ਹੋ ਸਕਦਾ। ਛਾਂ ਤੇ ਆਖਰ ਖਤਮ ਹੋ ਜਾਣੀ ਹੈ, ਬਿਨਸ ਜਾਣੀ ਹੈ। ਪਰ ਜਿਹਨੇ ਛਾਂ ਨੂੰ ਹੀ ਆਪਣਾ ਸਹਾਰਾ ਬਣਾਇਆ ਉਹ ਤੇ ਦੁਖੀ ਹੋਏਗਾ ਨਾ। ਮਨੁੱਖ ਨੇ ਇਹ ਛਾਂ ਨੂੰ ਸਹਾਰਾ ਬਣਾਇਆ ਹੋਇਆ ਕਿ ਦੌਲਤ ਮੇਰੀ ਜਿਹੜਾ ਆਸਰਾ ਹੈ, ਰਾਜ ਭਾਗ ਮੇਰਾ ਆਸਰਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਜੋ ਕੁਝ ਵੀ ਹੈ ਨਾ ਇਹ ਛਾਂ ਦੀ ਨਿਆਈ ਹੈ। ਰੱਥ ਫਿਰਨ ਦੇ ਦੀਸੈ ਥਾਮ। ਰੱਥ, ਜਦੋਂ ਸੂਰਜ ਦਾ ਰੱਥ ਘੁੰਮਣਾ ਹੈ ਨਾ ਉਦੋਂ ਛਾਂ ਵੀ ਘੁੰਮ ਜਾਂਦੀ ਹੈ। ਸੂਰਜ ਦੇ ਰੱਥ ਦੇ ਘੁੰਮਣ ਦੇ ਨਾਲ ਕੀ ਹੁੰਦਾ ਹੈ, ਜਿਹੜੀ ਜਦੋਂ ਸੂਰਜ ਚੜ੍ਹਦਾ ਹੈ ਨਾ ਤੇ ਹਰ ਚੀਜ਼ ਦੀ ਅਸਲੀਅਤ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ। ਸੂਰਜ ਘੁੰਮਦਾ ਤੇ ਪਰਛਾਵਾਂ ਵੀ ਘੁੰਮੀ ਚਲਿਆ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਸਭ ਕੁਝ ਜੋ ਰਾਜ ਭਾਗ ਧਨ ਦੌਲਤ ਮਾਲ ਅਸਬਾਬ ਹੈ ਇਹ ਤੇ ਦਰਖਤ ਦੀ ਛਾਂ ਵਾਂਗੂ ਹੈ। ਸੂਰਜ ਦੇ ਘੁੰਮਣ ਨਾਲ ਇਹਨੇ ਵੀ ਘੁੰਮ ਜਾਣਾ। ਸੂਰਜ ਦੇ ਚੰਨ ਦੇ ਨਾਲ ਇਹਦੀ ਅਸਲੀਅਤ ਦਾ ਪਤਾ ਲੱਗ ਜਾਣਾ। ਦੇਹ ਨਾ ਨਾਉ ਨਾ ਹੋਵੇ ਜਾਤ, ਨਾ ਤੇ ਇਹ ਰਾਜਵਾਲ ਜੋਬਨ ਸਭ ਕੁਝ ਇਹ ਨਾਲ ਤੇਰੇ ਨਿਭਣਾ, ਇਹ ਤੇ ਛਾਂ ਦੀ ਨਿਆਈ ਹੈ। ਛਾਂ ਨੇ ਕੀ ਸਾਥ ਦੇਣਾ। ਇਸ ਤਰੀਕੇ ਨਾਲ ਦੇਹ ਨਾ ਨਾਉ ਨਾ ਹੋਵੇ ਜਾਤ। ਆ ਜਿਹੜਾ ਤੂੰ ਸੋਚਦਾ ਕਿ ਮੈਂ ਸਰੀਰਕ ਤੌਰ ਤੇ ਬੜਾ ਤਗੜਾ ਹਾਂ, ਕਈ ਬੰਦਿਆਂ ਨੂੰ ਕਹੀਏ ਬਈ ਦੇਖੋ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੈ, ਕੋਈ ਪਰਉਪਕਾਰ ਕਰ ਲਈਏ, ਕੋਈ ਮਨੁੱਖਤਾ ਦੇ ਲਈ ਭਲਾ ਕੰਮ ਕਰ ਲਈਏ, ਪ੍ਰਭੂ ਦੇ ਨਾਮ ਨਾਲ ਜੁੜ ਜੇ, ਕਹਿਣਗੇ ਕੋਈ ਨਹੀਂ ਤਗੜੇ, ਅਜੇ ਕੋਈ ਪ੍ਰਵਾਹ ਨਹੀਂ ਆਪਾਂ ਨੂੰ, ਕੋਈ ਗੱਲ ਨਹੀਂ, ਬੜੀ ਉਮਰ ਪਈ ਅਜੇ। ਬੰਦਾ ਵੀ ਕਹਿੰਦਾ ਬੜੀ ਉਮਰ ਪਈ ਹੈ। ਬਾਬਾ ਨਾਮਦੇਵ ਸਾਹਿਬ ਜੀ ਨੇ ਇੱਕ ਬਚਨ ਕਿਹਾ ਹੈ ਕਿ ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤੋ ਬਿਨਸ ਜਾਏ ਝੂਠੀ ਦੇਹ। ਉਹ ਬੰਦਿਆ ਸਰੀਰ ਤਾਂ ਆਖਰ ਝੂਠਾ ਬਿਨਸ ਹੀ ਜਾਣਾ, ਇਹ ਤੇ ਨਾਲ ਨਹੀਂ ਜਾਏਗਾ। ਇਹਦਾ ਹੰਕਾਰ ਕਾਹਦਾ? ਦੇਖ ਮੇਰੀ ਮੇਰੀ ਕਹਿਰੋਂ ਕਰਤੇ ਦਰਜੋਦਨ ਸੇ ਪਾਈ, 12 ਜੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ। ਦਰਜੋਦਨ ਵਰਗਾ ਜਿਨ੍ਹਾਂ ਦਾ ਭਰਾ ਸੀ ਉਹ ਕਹਿਰੋਂ ਮੇਰੀ ਮੇਰੀ ਕਰਦੇ ਸਨ ਕਿ ਸਾਡਾ ਭਰਾ ਬੜਾ ਤਗੜਾ ਹੈ, ਇਹ ਮਰੇਗਾ ਨਹੀਂ ਕਿਸੇ ਕੋਲੋਂ। ਲੇਕਿਨ ਉਹਨਾਂ ਦੇ ਸਰੀਰ ਵੀ ਧਰਤੀ ਤੇ ਰੁਲੇ, ਕਾਵਾਂ ਕੁੱਤਿਆਂ ਨੇ ਗਿਰਜਾਂ ਨੇ ਖਾਧੇ ਉਹਨਾਂ ਦੇ ਸਰੀਰ। सर्व स्वयं की लंका होती रावण से अधिकारी, कहाँ पे वो दर बांधे हाथी खिन में पई पराई। वो तो तहन सोने का हंकार करदा, किन्ना कुछ होएगा तेरे को। कहंदे रावण दी ते लंका ही सोने दी सी, इन्ना अमीर सी रावण, इन्ना वो तगड़ा सी रावण। लेकिन वो लंका किधर चली गई? वो तो एक खिन च बगानी हो गई। जिस रावण के महलों के मूहरे किलियां के मूहरे वड्डे वड्डे हाथी बधे हुए सन, वो हाथी बगाने हो गए एक दिन एक छिन दे विच। ते सतगुरू जी कहंदे तू एवें शरीर दा हंकार करी चलिया जाना। देख उत्थे देह ना नाओ ना होवे जात, ना ते तेरा ये देह ने नाल साथ देना है। ते मनुख ने ना अपना नाम बनाने का बड़ा यत्न किया, मेरा नाम बन जाए। जिन्नी दौड़ भज है ना, एक तो अगे पदार्थ आएगा, फिर साडा नाम बनेगा कि असी भी कुछ है।
ਨਾਂ ਬਣਾਉਣ ਲਈ ਨਾ ਬੰਦਾ ਲੋਕਾਂ ਤੇ ਬੜੇ ਜ਼ੋਰ ਜ਼ੁਲਮ ਕਰਦਾ, ਮੇਰਾ ਨਾਂ ਬਣ ਜਾਏ, ਮੈਂ ਅੱਗੇ ਆ ਜਾਵਾਂ। ਤੇ ਨਾਂ ਜਿਹੜਾ ਹੈ ਨਾ ਉਹਦੇ ਹੁੰਦਿਆਂ ਹੀ ਨਹੀਂ ਕਈ ਲੋਕ ਉਹਨੂੰ ਜਾਣਦੇ। ਬਾਕੀ ਬਾਅਦ ਦੀ ਗੱਲ ਤੇ ਵੱਖਰੀ ਹੈ। ਚਲੇ ਜਾਣ ਤੋਂ ਬਾਅਦ ਕੌਣ ਯਾਦ, ਪਰਿਵਾਰ ਦੇ ਜੀ ਕਰ ਲੈਣਗੇ, ਇੱਕ ਪੀੜ੍ਹੀ ਯਾਦ ਕਰ ਲੇਗੀ, ਕੁਝ ਚਿਰ ਯਾਦ ਕਰ ਲੈਣਗੇ, ਥੋੜ੍ਹੀ ਤੋੜ ਦੂਜੀ ਯਾਦ ਕਰ ਲਈ, ਕੌਣ ਚੇਤੇ ਕਰਦੇ ਨਾ। ਇਸ ਧਰਤੀ ਤੇ ਕਰੋੜਾਂ ਲੋਕ ਆਏ ਨੇ, ਅਰਬਾਂ ਲੋਕ ਆਏ ਨੇ, ਉਹਨਾਂ ਦੇ ਨਾਂ ਕਿਸੇ ਨੂੰ ਚੇਤੇ ਹੈ? ਵੱਡੇ ਵੱਡੇ ਉਹ ਵੀ ਆਏ ਲੋਕ ਜਿਨ੍ਹਾਂ ਨੇ जीत फिरे सब देश निशान को बाज ढोल मृदंग नगारे गुंजत गुड़ जान की सुंदर हिंसती है राज जारे भारी पुजान के भूप भली विद न्यावत शीस न जात बिचारे एते पे तो कहाँ पे पूत अंत को नांगे ही पाए पधारे। पातशाह ये गल कहते ने कि धरती के बड़े बड़े लोग आए जिन्हों ने देशों को जित लिया, बड़े बड़े नगारे उन्होंने वजदे सन, धौंसे उन्होंने वजदे सन, जित दे वाजे वजदे सन, जिन्हों दे वड्डियां भारू भुजावां वाले वड्डियां फौजां वाले। और जो किते तुरदे सन उन्हां दी वडियाई नूं कौन विचार सकदा सी, इन्ना उन्हां दा इस धरती दे उपर दबाव सी। पर इत्थे पे तो कहाँ पे भूपत, जिहो जिहो तो की हो गया, फिर की हो गया, किधर गए ने, नज़र ही नहीं आउंदे, कोई थां थे ही नहीं उन्हां दा। जिहड़ा कहंदे जब फलाने राजे ने शहर वसाया, वो शहर भी बर्बाद हो गए, आप भी बर्बाद हो गए, कोई नहीं है इस धरती ते। सतगुरु जी कहंदे तेरे नाम नूं किहने जानना बंदिया। इस करके जिहड़ा देह ना नाओ ना होवे जात, बंदिया ना ते तेरी इस देह ने नाल जाना है ते ना तेरे नाम ने नाल जाना है। नाम ने साथ नहीं देना। जात बंदे दी वैसे तो जात हैगी मनुख, करतूत पशु की मानस जात, मानस की जात सबे के पहचान वो। पर बंदे ने अपनिया अपनिया जातां बरादरियां बनाईयां ने, कोई कहंदा मैं जट हाँ, कोई कहंदा मैं खतरी हाँ। रब ने तो सारियां नूं मनुख बना के भेजिया सी, बंदा ही और कुछ बन गया। उस तो बाद भी फिर आपो अपनिया होर अगे जातां बनाईयां होईयां ने, कोई कहंदा मैं ढिल्लो हाँ, कोई कहंदा मैं गिल हाँ, कोई कहंदा मैं फलाना हाँ फलाना हाँ। होर कई तरह की आपां देखते हैं, सारियां ने आपो अपने कोई ना कोई नाल लगाई हुई है, कोई ना कोई पहचान। चलो समाज च आइडेंटिटी होने लई ये गल्लां लोड़ींदियां ने, पर इन्हां दा हंकार काहदा कि मैं फलाणियां चों ते वड्डा हाँ, वो फलाणियां चों ते माड़ा है, ये हंकार काहदा। सतगुरु जी कहंदे जात का गर्व न कर मूर्ख गवारा। वो मूर्खा इन्हां चीज़ां दा हंकार ना करिया कर, इन्हां ने कोई तैनूं सुख नहीं देना। जात का गर्व न करियो कोई, अपनी जात दा कदी मनुख नूं गर्व नहीं करना चाहिए, क्योंकि अगे जात ना जोर है, अगे जियो नवें। अगे ये कोई वास्ता नहीं चलना कि असी फलाने होने ते साडी इत्थे सफार चल जाएगी, साडियां वोटां बहुतियां ने, असी जे कर लांगे वो कर लांगे। अगे कोई जोर नहीं चलना, अगे नवें लोकां नाल वाह पैना है। उत्थे कोई वड्डी नहीं चलनी, उत्थे कोई सिफारश नहीं चलनी, उत्थे कोई जानकारी नहीं चलनी। अगे जियो नवें। सेवापंथी महापुरख होए ने जिन्हां ने बेअंत लोगों नूं वाहिगुरू जी दे प्यार जोड़िया। बचपन तो ही वो कुछ वैरागी सुभाअ दे सन, चंगे घराणे च जन्मे, खतरियां दा घराना सी, चंगी जमीन सी, चंगा कारोबार सी। ते एवें वैराग आया ते उठ के पिंड दी धर्मसाल च गुरुद्वारे जाके बैठ गए, शहर दी धर्मसाल च। मां प्यो ने दौड़ भज की, दूजे तीजे दिन पता लगा कि साडा तां मुंडा और फलाने गुरुद्वारे बैठा धर्मसाल च। गए तो एक बन्ने समाधि लाई बैठे ने महापुरख, ते बापू जाके कहण लगा की करदे इत्थे बैठे? कहण लगा जी जुड़िया होया हाँ बैठा। कहंदे इत्थे बैठा चंगा लगदा तूं? हाडी एडी उच्ची जात, इन्ना मान सत्कार, तू गुरुद्वारे आके बैठ गया। ते अगों उन्हां महापुरखां ने बड़ी प्यारी गल की, बापू आ तेरी जिहड़ी जात है ना, ये ते खोते दे झुल नालों माड़ी है। वो कहण लगा ओ किवें? कहंदा एक दिन तू भेजिया सी मैनू सियाल दे दिनां च खेतां च पानी देखण दे लई, पानी लाउण दे लई। मैं गया, रात नूं ठंड लगदी सी ते मैं ठंड नूं कहा भी मैनू तंग ना कर, मैं ते चंगे घर च अमीर घर जम्मिया, ठंड नूं कहा तंग ना कर, बड़ी उच्ची जात है मेरी। पर ठंड मन्नी नहीं। उत्थे खोते दा झुल पिया सी, चुक के मैं लै लिया ते ठंड भज गई। बापू तेरी जात दा नां सुन के ते ठंड पिछे नहीं हटी, ते जमा ने कित्थे छड़ना मैनू। तेरी ये जात खोते दे झुल नालों नकम्मी है। खोते दे झुल ने ते ठंड मेरी दूर करती, पर तेरी जात ने दूर नहीं की। इस करके एक खोते दे झुल नालों माड़ी है,
ਠੰਡ ਦੇ ਦਿਨਾਂ 'ਚ ਪਸ਼ੂਆਂ ਦੇ ਕੱਪੜੇ ਜੇ ਨਹੀਂ ਪਾਈਦੇ ਆਪਾਂ, ਬੋਰੀਆਂ ਬਾਰੀਆਂ ਦੇ ਬਣਾ ਕੇ ਜਾਂ ਹੋਰ ਕਿਸੇ ਚੀਜ਼ ਦੇ, ਤਾਂ ਕਿ ਉਹਨਾਂ ਨੂੰ ਠੰਡ ਨਾ ਲੱਗੇ, ਉਹਨੂੰ ਝੁੱਲ ਕਹਿੰਦੇ ਨੇ। ਸਤਿਗੁਰੂ ਸਾਹਿਬ ਜੀ ਕਹਿੰਦੇ, ਬੰਦਿਆ ਦੇਹ ਨਾ ਨਾਉ ਨਾ ਹੋਵੇ ਜਾਤ, ਤੇਰਾ ਇਹ ਸਰੀਰ ਆ ਜਿਹੜਾ ਤੂੰ ਨਾਂ ਬਣਾਇਆ ਕਿ ਬੜਾ ਨਾਂ ਬਣਿਆ ਹੈ, ਫਲਾਣੇ ਥਾਂ ਤੇ ਮੇਰਾ ਨਾਂ ਲੈ ਲਿਓ, ਇਹ ਨਾਲ ਨਹੀਂ ਜਾਣਾ, ਇਹ ਤੇਰੀ ਜਾਤ ਦਾ ਹੰਕਾਰ ਨਾਲ ਨਹੀਂ ਜਾਣਾ। ਉੱਥੇ ਦੇਹੋ ਹੈ, ਇੱਥੇ ਸਭ ਰਾਤ, ਕਿਉਂਕਿ ਉੱਥੇ ਚਾਨਣ ਹੈ, ਹਨੇਰਾ ਨਹੀਂ ਹੈ। ਹਨੇਰਾ ਇੱਥੇ ਪਸਰਿਆ ਹੋਇਆ, ਜਿੱਧਰ ਦੇਖੋ ਕੂੜ ਫੇਰੇ ਪ੍ਰਧਾਨ ਵੇ ਲਾਲੋ। ਗੁਰਬਾਣੀ ਕਹਿੰਦੀ ਹੈ, ਜਦੋਂ ਬਾਬਾ ਨਾਨਕ ਜੀ ਨੂੰ ਪੁੱਛਿਆ ਨਾ ਸਿੱਧਾ ਨੇ ਕਿ ਆਪਣੇ ਮੁਲਕ ਦਾ ਹਾਲ ਕੀ ਹੈ, ਕਿ ਮਾਤ ਲੋਕ ਚ ਕਿਆ ਵਰਤਾਰਾ, ਬਾਬਾ ਆਖੇ ਨਾਹ ਜੀ ਸੱਚ ਚੰਦਰਮਾ ਕੂੜ ਅੰਧਾਰਾ। ਇੱਥੇ ਕੂੜ ਦਾ ਹਨੇਰਾ ਸਾਡੇ ਸਮਾਜ ਵਿੱਚ ਹੈ, ਹਨੇਰ ਗਰਦੀ ਧੱਕਾ ਇਸ ਸਮਾਜ ਵਿੱਚ ਹੈ। ਮਨੁੱਖੀ ਸਮਾਜ 'ਚ ਇਹ ਗੱਲ ਹੋ ਸਕਦੀ ਕਿ ਹਨੇਰ ਗਰਦੀ ਵਰਤੇ, ਸੱਚ ਨੂੰ ਝੂਠ ਦਬਾ ਲਵੇ। ਆਪਾਂ ਦੇਖਦੇ ਹਾਂ ਸੱਚ ਨੂੰ ਹਰਾਉਣ ਦੇ ਲਈ ਕਿੰਨਾ ਜ਼ੋਰ ਲੱਗ ਰਿਹਾ ਹੈ ਝੂਠ ਦਾ। ਸਾਰੇ ਟੀਵੀ ਚੈਨਲ ਰੱਜ ਕੇ ਝੂਠ ਬੋਲਦੇ ਫਿਰ ਕਹਿੰਦੇ ਅਸੀਂ ਸੱਚੇ ਹਾਂ। ਪਾਲੀਟੀਸ਼ਨ ਸਵੇਰੇ ਉੱਠ ਕੇ ਹੀ ਝੂਠ ਤੋਂ ਸ਼ੁਰੂ ਕਰਦੇ ਗੱਲ, ਸਾਰਾ ਦਿਨ ਝੂਠ ਬੋਲ ਬੋਲ ਕੇ ਕਹਿੰਦੇ ਅਸੀਂ ਬੜੇ ਦੁੱਧ ਧੋਤੇ ਹਾਂ। ਜਿਸ ਮੁਲਕ ਦੀ ਰਾਜਨੀਤੀ ਝੂਠ ਦੇ ਸਿਰ ਤੇ ਚੱਲੇ, ਉਹ ਮੁਲਕ ਕਿੰਨਾ ਕੁ ਚਿਰ ਰਹਿ ਸਕਦਾ, ਕਾਇਮ ਰਹਿ ਸਕਦਾ, ਆਜ਼ਾਦ ਰਹਿ ਸਕਦਾ। ਇਵੇਂ ਕਹਿ ਲਓ ਕਿ ਰੇਤ ਦੀਆਂ ਕੰਧਾਂ ਕਿੰਨਾ ਕੁ ਚਿਰ ਖੜੀਆਂ ਕੀਤੀਆਂ ਜਾ ਸਕਦੀਆਂ ਨੇ, ਰੇਤ ਦੀਆਂ ਕੰਧਾਂ ਕਿੰਨਾ ਕੁ ਚਿਰ ਕਾਇਮ ਰਹਿਣਗੀਆਂ। ਇਹ ਝੂਠ ਦੀਆਂ ਆਸਰੇ ਤੇ ਕਿੰਨਾ ਕੁ ਚਿਰ ਪ੍ਰਬੰਧ ਚੱਲਣਗੇ, ਕਿੰਨਾ ਕੁ ਚਿਰ ਜੁਮਲੇ ਮਾਰ ਮਾਰ ਕੇ ਲੋਕਾਂ ਨੂੰ ਮੂਰਖ ਬਣਾਇਆ ਜਾਏਗਾ। ਆਖਰ ਤੇ ਸੱਚ ਪ੍ਰਗਟ ਹੋਣਾ ਹੀ ਹੈ ਨਾ। ਲੇਕਿਨ ਬੜਾ ਹਿੱਕ ਚੌੜੀ ਕਰਕੇ ਕਹਿੰਦੇ ਕਿ ਅਸੀਂ ਤੇ ਬਹੁਤ ਵਧੀਆ ਹਾਂ, ਅਸੀਂ ਤੇ ਸੱਚ ਬੋਲਦੇ ਹਾਂ। ਔਰ ਝੂਠ ਜਿਹੜਾ ਹੈ ਉਹ ਬੋਲ ਕੇ ਬੰਦਾ ਮਾਣ ਮਹਿਸੂਸ ਕਰਦਾ, ਤੇ ਸੱਚ ਬੋਲਣ ਵਾਲਿਆਂ ਨੂੰ ਸੋਚਦੇ ਤੇ ਬੇਵਕੂਫ ਜਿਹੀ ਨੇ, ਐਵੇਂ ਸੱਚ ਮਗਰ ਲੱਗ ਕੇ ਰੁਲਦੇ ਫਿਰਦੇ ਨੇ। ਲੇਕਿਨ ਝੂਠ ਜਿਹੜਾ ਹੈ ਉਹ ਦੇਖਣ ਨੂੰ ਚਮਕਦਾ ਬੜਾ ਹੋ ਸਕਦਾ। ਸੱਚ ਤਾਂ ਇੱਕੋ ਹੀ ਹੈ, ਉਹ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਹਮੇਸ਼ਾ ਸੱਚ ਕੋ ਆਦ ਤੋਂ ਲੈ ਕੇ ਹੁਣ ਤੇ ਅਖੀਰ ਤੱਕ ਇੱਕ ਹੀ ਰਹਿਣਾ। ਝੂਠ ਨਿਤ ਨਵੇਂ ਤੋਂ ਨਵਾਂ ਹੋ ਸਕਦਾ, ਝੂਠ ਨਵੇਂ ਤੋਂ ਨਵਾਂ ਹੋ ਸਕਦਾ, ਨਵੀਂ ਤੋਂ ਨਵੀਂ ਚਮਕ ਉਹਦੀ ਹੋ ਸਕਦੀ ਝੂਠ ਦੀ। ਨਕਲੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੇ ਚਮਕ ਦਮਕ ਹੋ ਸਕਦੀ ਹੈ, ਲੇਕਿਨ ਜੋ ਅਸਲੀ ਉਹਨੂੰ ਚਮਕ ਦੀ ਕੀ ਲੋੜ ਹੈ, ਉਹਨੂੰ ਅਡੰਬਰ ਦੀ ਕੀ ਲੋੜ ਹੈ। ਇਸ ਕਰਕੇ ਝੂਠ ਨਿਤ ਨਵੇਂ ਤੋਂ ਨਵਾਂ ਮਨੁੱਖ ਬੋਲ ਕੇ ਬੜਾ ਮਾਣ ਮਹਿਸੂਸ ਕਰਦਾ, ਪਰ ਜਦੋਂ ਇਹ ਝੂਠ ਦਾ ਪਾਜ ਉਗੜਦਾ ਨਾ, ਉਦੋਂ ਪਤਾ ਲੱਗਦਾ ਕਿ ਝੂਠ ਜਿਹੜਾ ਨਾ ਇਹ ਚੱਲਣਾ ਨਹੀਂ ਹੈ। ਗੁਰਬਾਣੀ ਇਹ ਗੱਲ ਕਹਿੰਦੀ ਹੈ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਆਖਰ ਸੱਚ ਦੀ ਜਿੱਤ ਹੋਣੀ ਹੈ। ਗੁਰਬਾਣੀ ਨੇ, ਗੁਰ ਇਤਿਹਾਸ ਨੇ ਸਾਨੂੰ ਇੱਕ ਸੰਦੇਸ਼ ਦਿੱਤਾ ਹੈ। ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸੱਚ ਨੂੰ ਦਬਾਉਣ ਦੇ ਲਈ ਕੂੜ ਦੀਆਂ ਘਟਾਵਾਂ ਚੜ੍ਹ ਕੇ ਆ ਗਈਆਂ, ਕੂੜ ਦੀਆਂ ਘਟਾਵਾਂ ਚੜ੍ਹ ਕੇ ਆ ਗਈਆਂ। ਉਹ ਕਿਹੜੀ ਤਾਕਤ ਨਹੀਂ ਹੈ ਜਿਹੜੀ ਨਹੀਂ ਵਰਤੀ ਉਸ ਵੇਲੇ ਦੀਆਂ ਹਕੂਮਤਾਂ ਨੇ ਇਸ ਸੱਚ ਦੀ ਆਵਾਜ਼ ਨੂੰ ਦਬਾਉਣ ਦੇ ਲਈ। ਕਿਹੜਾ ਯਤਨ ਨਹੀਂ ਕੀਤਾ, ਹਰ ਯਤਨ ਕਰਕੇ ਦੇਖ ਲਿਆ, ਅੱਜ ਵੀ ਉਹੀ ਕੁਝ ਹੋ ਰਿਹਾ। ਲੇਕਿਨ ਕੀ ਸੱਚ ਦੀ ਆਵਾਜ਼ ਦਬਾਈ ਗਈ? ਸੱਚ ਦੀ ਸ਼ਮਾ ਤੇ ਉਵੇਂ ਹੀ ਐ ਲਟ ਲਟ ਕਰਕੇ ਬਲ ਰਹੀ ਹੈ, ਉਦੋਂ ਜ਼ਿਆਦਾ ਬਲ ਰਹੀ ਹੈ, ਪਰ ਉਹ ਕੂੜ ਦੇ ਪਾਂਦੀ ਨਜ਼ਰ ਨਹੀਂ ਆ ਰਹੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਉਹ ਇਨਕਲਾਬ ਜਿਹੜਾ ਉਹ ਤੇ ਜਿੰਦਾ ਹੈ, ਜਿੰਦਾ ਰਹੇਗਾ, ਪਰ ਇਹਨੂੰ ਜਿਹੜੀਆਂ ਬੁਝਾਉਣ ਵਾਲੀਆਂ ਹਵਾਵਾਂ ਨੇ ਉਹ ਜਿਹੜੀਆਂ ਨੇ ਉਹ ਨਜ਼ਰ ਨਹੀਂ ਆਉਂਦੀਆਂ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਉੱਥੇ ਦੇਹੋ ਇੱਥੇ ਸਭ ਰਾਤ। ਭਾਈ ਨਾ ਤੇਰੇ ਸਰੀਰ ਦਾ, ਨਾ ਤੇਰੇ ਨਾਉ ਦਾ, ਨਾ ਤੇਰੇ ਜਾਤ ਦਾ ਹੰਕਾਰ ਕੋਈ ਅੱਗੇ ਨਹੀਂ ਜਾਣਾ। ਇੱਥੇ ਚੱਲ ਸਕਦਾ ਕਿਉਂਕਿ ਇੱਥੇ ਹਨੇਰ ਗਰਦੀ ਹੈ। ਇੱਥੇ ਤੂੰ ਪੈਸੇ ਦੇ ਜ਼ੋਰ ਨਾਲ ਆਪਣਾ ਕੋਈ ਕੰਮ ਕਰ ਸਕਦਾ ਹੈ, ਇੱਥੇ ਤੂੰ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਸਕਦਾ ਹੈ, ਇੱਥੇ ਤੂੰ ਕਿਸੇ ਦੀ ਸਿਫਾਰਿਸ਼ ਪਾ ਕੇ ਆਪਣਾ ਕੰਮ ਕਰ ਸਕਦਾ। ਪਰ ਇਹ ਗੱਲ ਚੇਤੇ ਰੱਖੀ, ਅੱਗੇ ਨਹੀਂ ਇਹ ਗੱਲ ਚੱਲਣੀ। ਉੱਥੇ ਸੱਚੋ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜ਼ਮਾਲਿਆ। ਸਤਿਗੁਰੂ ਜੀ ਕਹਿੰਦੇ ਉੱਥੇ ਤੇ ਸੱਚ ਦਾ ਨਿਬੇੜਾ ਹੋਣਾ, ਉੱਥੇ ਕੂੜ ਜਿਹੜਾ ਬਿਲਕੁਲ ਨਹੀਂ ਚੱਲਣਾ, ਝੂਠ ਬਿਲਕੁਲ ਨਹੀਂ ਚੱਲਣਾ। ਉੱਥੇ ਖੋਟੇ ਸੱਟੀਏ ਬਾਹਰ ਖੋਟੇ ਨੂੰ ਬਾਹਰ ਸੁੱਟਦਾ, ਜਿਵੇਂ ਡਸਟਬਿਨ 'ਚ ਨਹੀਂ ਕੋਈ ਚੀਜ਼ ਪਾ ਦਿੱਤੀ ਜਾਂਦੀ, ਆਪਾਂ ਕਹਿੰਦੇ ਨਕੰਮੀ ਚੀਜ਼ ਸੁੱਟ ਦਿਓ ਬਾਹਰ ਇਹਨੂੰ। ਸਤਿਗੁਰੂ ਜੀ ਕਹਿੰਦੇ ਉੱਥੇ ਖੋਟਿਆਂ ਨੂੰ ਤੇ ਬਾਹਰ ਸੁੱਟ ਦਿੱਤਾ ਜਾਏਗਾ ਡਸਟਬਿਨ ਦੇ ਵਿੱਚ, ਕਿਸੇ ਅਰਥ ਨਹੀਂ ਆਉਣਗੇ ਉਹ, ਕਿਉਂਕਿ ਉੱਥੇ ਦੇਹੋ
ਇੱਥੇ ਸਭ ਰਾਤ, ਉੱਥੇ ਚਾਨਣ ਹੈ, ਉੱਥੇ ਹਨੇਰਗਰਦੀ ਨਹੀਂ ਹੈ, ਉੱਥੇ ਸੱਚ ਚੱਲਣਾ ਹੈ। ਇੱਥੇ ਸਭ ਰਾਤ, ਇੱਥੇ ਹਨੇਰਾ ਪਸਰਿਆ ਹੋਇਆ। ਸਤਿਗੁਰੂ ਸਾਹਿਬ ਜੀ ਨੇ ਬਚਨ ਕਿਹਾ, ਕੱਲ ਕਾਤੀ ਰਾਜੇ ਕਸਾਈ। ਸਤਿਗੁਰੂ ਜੀ ਦੇ ਜਿੱਥੇ ਬਚਨ ਕਹੇ ਨਾ ਕਿ ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ। ਕੂੜ ਦੀ ਮਸਿਆ ਹੀ ਪਸਰੀ ਹੋਈ ਹੈ, ਚਾਰ ਸਪਰੇ ਆਪਾਂ ਦੇਖਦੇ ਹਾਂ। ਸੱਚ ਦਾ ਚੰਦਰਮਾ ਨਜ਼ਰ ਨਹੀਂ ਆਉਂਦਾ, ਕੂੜ ਦੇ ਬੱਦਲਾਂ ਵਿੱਚ ਢੱਕਿਆ ਗਿਆ ਹੈ। ਪਰ ਸਤਿਗੁਰੂ ਜੀ ਕਹਿੰਦੇ ਇੱਥੇ ਕੂੜ ਹੈ, ਪਰ ਉੱਥੇ ਦੇਖੋ, ਉੱਥੇ ਤਾਂ ਚਾਨਣ ਹੈ, ਉੱਥੇ ਤੇ ਸੱਚ ਦਾ ਸੂਰਜ ਚੜ੍ਹਿਆ ਹੋਇਆ ਹੈ। ਉੱਥੇ ਸਾਡਾ ਇਹ ਧਨ ਦਾ, ਦੌਲਤ ਦਾ, ਜੋਬਨ ਜਵਾਨੀ ਦਾ ਜਾਂ ਦੁਨਿਆਵੀ ਪ੍ਰਭਤਾ ਦਾ ਕੋਈ ਰੋਬ ਨਹੀਂ ਚੱਲਣਾ। ਇਸ ਕਰਕੇ ਭਾਈ ਸਾਧ ਕਰ ਸਮੱਧਾ ਤ੍ਰਿਸ਼ਨਾ ਘਿਓ ਤੇਲ। ਗੱਲ ਚੱਲੀ ਸੀ ਕਿ ਬੰਦਾ ਦੁੱਖਾਂ ਤੋਂ ਬਚਣ ਲਈ ਬੜੇ ਯਤਨ ਕਰਦਾ, ਜਿੱਥੇ ਉਦਾਰੂ ਵਰਤਦਾ ਹੈ, ਦਵਾਈਆਂ ਵਰਤਦਾ ਹੈ ਕਿ ਦੁੱਖਾਂ ਤੋਂ ਬਚ ਜਾਈਏ, ਉੱਥੇ ਦੁੱਖਾਂ ਤੋਂ ਬਚਣ ਲਈ ਆਪਣੇ ਰਾਜ ਭਾਗ ਦਾ ਵੀ ਆਸਰਾ ਲੈਂਦਾ ਹੈ, ਦੁਨਿਆਵੀ ਪਦਾਰਥਾਂ ਦਾ ਆਸਰਾ ਲੈਂਦਾ ਹੈ, ਆਪਣੀ ਜਵਾਨੀ ਦਾ, ਦੌਲਤ ਦਾ, ਬਲ ਦਾ ਆਸਰਾ ਲੈਂਦਾ ਹੈ। ਸਤਿਗੁਰੂ ਜੀ ਕਹਿੰਦੇ ਆਸਰੇ ਵੀ ਅਕਾਰਤੇ ਨੂੰ ਦੁੱਖਾਂ ਤੋਂ ਬਚਾ ਨਹੀਂ ਸਕਦੇ। ਸਾਧ ਕਰ ਸਮੱਧਾ ਤ੍ਰਿਸ਼ਨਾ ਘਿਓ ਤੇਲ। ਇੱਕ ਹੋਰ ਤਰੀਕਾ ਬੰਦਾ ਵਰਤਦਾ, ਜਦੋਂ ਦਵਾਈਆਂ ਵੀ ਕੰਮ ਨਹੀਂ ਆਉਂਦੀਆਂ, ਜਦੋਂ ਰਾਜ ਭਾਗ ਵੀ ਕੰਮ ਨਹੀਂ ਆਉਂਦੇ, ਫਿਰ ਬੰਦਾ ਕਹਿੰਦਾ ਚਲੋ ਕੋਈ ਧਾਰਮਿਕ ਯਤਨ ਹੀ ਕਰ ਲਓ, ਕਿਤੇ ਤੀਰਥ ਤੇ ਜਾਓ, ਪਾਠ ਕਰ ਲਓ, ਕੋਈ ਹੋਰ ਅਰਚਾ ਪੂਜਾ ਕਰ ਲਓ, ਜਗ ਕਰ ਲਓ, ਆ ਪਾਠ ਪੂਜਾ ਕਰ ਲਓ। ਆਪਾਂ ਕਰਦੇ ਦੇਖਦੇ ਹਾਂ, ਸਮਾਜ ਦੇ ਅੰਦਰ ਸਭ ਕੁਝ ਹੁੰਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਜੇ ਤੂੰ ਯਤਨ ਕਰਨਾ ਹੈ ਨਾ, ਫਿਰ ਇਹ ਯਤਨ ਕਰ। ਸਾਧ ਕਰ ਸਮੱਧਾ ਤ੍ਰਿਸ਼ਨਾ ਘਿਓ ਤੇਲ। ਲੋਕੀ ਜਗ ਕਰਦੇ ਨੇ, ਜਗ ਦੇ ਵਿੱਚ ਘਿਓ ਪਾਉਂਦੇ ਨੇ, ਹੋਰ ਲੱਕੜਾਂ ਜਾਂ ਬਾਲਣ ਪਾਉਂਦੇ ਨੇ, ਉਹ ਹਵਨ ਕਰਦੇ ਨੇ, ਉਹਦੇ ਸਮੱਗਰੀ ਪਾਉਂਦੇ ਨੇ, ਉਹ ਸਿਰਫ ਇਸ ਲਈ ਦੁੱਖਾਂ ਤੋਂ ਬਚਣ ਲਈ, ਜ਼ਿੰਦਗੀ 'ਚ ਕਾਮਯਾਬੀ ਦੇ ਲਈ। ਸਤਿਗੁਰੂ ਜੀ ਕਹਿੰਦੇ ਬੰਦਿਆ ਤੂੰ ਇਦਾਂ ਕਰ ਜੇ ਦੁੱਖਾਂ ਤੋਂ ਬਚਣਾ। ਸਾਧ ਕਰ ਸਮੱਧਾ। ਸਮੱਧਾ ਕਹਿੰਦੇ ਨੇ ਲੱਕੜਾਂ ਨੂੰ, ਬਾਲਣ ਨੂੰ। ਸਾਧ ਦਾ ਅਰਥ ਹੈ ਜਿਹੜੇ ਆ ਚਸਕੇ ਨਹੀਂ ਤੈਨੂੰ ਲੱਗੇ ਹੋਏ, ਰਸ ਕਸ ਜੇ, ਇਹ ਜਿਹੜੇ ਸਵਾਦਾਂ 'ਚ ਤੂੰ ਪੈ ਕੇ ਰੱਬ ਨੂੰ ਭੁਲਾਏ, ਇਹਨਾਂ ਸਵਾਦਾਂ ਨੂੰ ਲੱਕੜੀਆਂ ਵਾਂਗੂ ਜਾਲ ਦੇ, ਇਹਨਾਂ ਸਵਾਦਾਂ ਨੂੰ ਲੱਕੜਾਂ ਬਣਾ ਲੈ। ਤ੍ਰਿਸ਼ਨਾ ਘਿਓ ਤੇਲ। ਇਹਨਾਂ ਸਵਾਦਾਂ 'ਚ ਪੈ ਕੇ ਨਾ ਬੰਦਾ ਫਿਰ ਤ੍ਰਿਸ਼ਨਾ ਮਗਰ ਲੱਗ ਕੇ ਬੜੇ ਕੰਮ ਕਰਦਾ। ਤੇ ਸਤਿਗੁਰੂ ਜੀ ਕਹਿੰਦੇ ਨੇ ਇੱਕ ਤੇ ਚਸਕੇ ਬੰਦੇ ਨੂੰ ਫਿਰ ਤ੍ਰਿਸ਼ਨਾ ਪੈਦਾ ਹੋ ਜਾਂਦੀ, ਹੋਰ ਜ਼ਿਆਦਾ ਬੰਦਾ ਅਵਗੁਣ ਕਰਦਾ। ਇਹ ਜਿਹੜੀ ਤ੍ਰਿਸ਼ਨਾ ਹੈ ਨਾ, ਇਹਨੂੰ ਤੇਲ ਦੀ ਨਿਆਈ ਜਾਂ ਘਿਓ ਦੀ ਨਿਆਈ ਵਰਤ ਲੈ। ਕਾਮ ਕ੍ਰੋਧ ਅਗਨੀ ਸਿਉ ਮੇਲ। ਆ ਵਿੱਚ ਕਾਮ ਕ੍ਰੋਧ ਦੀ ਅੱਗ ਪਾ, ਵਿੱਚ ਸਵਾਦ ਪਾ, ਔਰ ਵਿੱਚ ਤ੍ਰਿਸ਼ਨਾ ਦਾ ਤੇਲ ਪਾ। ਹੋਮ ਜਗ ਅਰ ਪਾਠ ਪੁਰਾਣ। ਬਸ ਇਹਨੂੰ ਸਾੜ ਦੇ, ਇਹਨਾਂ ਚੀਜ਼ਾਂ ਨੂੰ, ਇਹਨਾਂ ਸਵਾਦਾਂ ਨੂੰ, ਇਸ ਤ੍ਰਿਸ਼ਨਾ ਨੂੰ, ਕਾਮ ਕ੍ਰੋਧ ਨੂੰ ਅੱਗ ਵਿੱਚ ਪਾ ਕੇ ਸਾੜ ਦੇ, ਇਹਨੂੰ ਖਤਮ ਕਰ ਦੇ। ਹੋਮ ਜਗ ਅਰ ਪਾਠ ਪੁਰਾਣ। ਇਹੀ ਤੇਰਾ ਹੋਮ ਜਗ ਹੈ, ਇਹੀ ਤੇਰਾ ਪਾਠ ਹੈ ਪੁਰਾਣਾਂ ਦਾ। ਭਾਵ ਕਿ ਆਪਣੀ ਜ਼ਿੰਦਗੀ ਅੰਦਰ ਸਵਾਦਾਂ ਤੋਂ ਬਚ, ਆਪਣੀ ਜ਼ਿੰਦਗੀ ਅੰਦਰ ਤ੍ਰਿਸ਼ਨਾ ਤੋਂ ਬਚ, ਆਪਣੀ ਜ਼ਿੰਦਗੀ ਅੰਦਰ ਵਿਕਾਰਾਂ ਤੋਂ ਬਚ। ਇਹਨਾਂ ਨੂੰ ਸਾੜ ਦੇ, ਜਿਵੇਂ ਹਵਨ ਦੇ ਕੁੰਡ ਵਿੱਚ ਪਾ ਕੇ, ਲੱਕੜਾਂ ਪਾ ਕੇ, ਤੇਲ ਪਾ ਕੇ, ਅੱਗ ਲਾ ਕੇ ਸਾੜ ਦਿੱਤੀਆਂ ਜਾਂਦੀਆਂ ਨੇ ਲੱਕੜਾਂ, ਇੱਦਾਂ ਆਪਣੇ ਇਹਨਾਂ ਚਸਕਿਆਂ ਨੂੰ ਸਾੜ ਦੇ, ਖਤਮ ਕਰ ਦੇ ਆਪਣੀ ਜ਼ਿੰਦਗੀ ਦੇ ਅੰਦਰੋਂ। ਫਿਰ ਕੀ ਹੋਏਗਾ? ਇਹੀ ਤੇਰੀ ਪਾਠ ਪੂਜਾ ਹੈ। ਦੇਖੋ ਜੋ ਧਰਮ ਗ੍ਰੰਥ ਅਸੀਂ ਪੜ੍ਹਦੇ ਹਾਂ, ਉਹ ਪੜ੍ਹਨ ਦਾ ਭਾਵ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਅੰਦਰੋਂ ਸੋ ਆਹ ਜਿਹੜੇ ਔਗਣ ਨੇ ਇਹਨਾਂ ਨੂੰ ਤਿਆਗੀਏ। ਹੁਣ ਗੁਰਬਾਣੀ ਸਾਨੂੰ ਵਾਰ-ਵਾਰ ਇਹ ਗੱਲ ਕਹਿੰਦੀ ਹੈ ਕਿ ਆਪਣੀ ਰਸਨਾ ਤੇ ਅਸੀਂ ਕੰਟਰੋਲ ਕਰੀਏ। ਆਨ ਰਸਾ ਜੇਤੇ ਤੈਂ ਚਾਖੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਹਰ ਰਸ ਕਾ ਤੂੰ ਚਾਖੇ ਸਾਧ ਚਾਖਤ ਹੋਏ ਰਹੇ ਬਿਸਮਾਦ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਗੁਰਬਾਣੀ ਕਹਿੰਦੀ ਕਿ ਰਸਨਾ ਅਨ ਰਸਨ ਨਾਲ ਜਿਹੜੀ ਲੱਗੀ ਹੋਈ ਹੈ, ਇਹਨੂੰ ਹਰੀ ਦੇ ਰਸ ਵੱਲ ਜੋੜੀਏ, ਇਹਨੂੰ ਚਸਕਿਆਂ ਵੱਲੋਂ ਮੋੜੀਏ। ਇਹਨੂੰ ਸਾਡੀ ਜ਼ਿੰਦਗੀ ਦੇ ਬਹੁਤੇ ਰੋਗ ਸਾਡੇ ਖਾਣ ਪੀਣ ਤੋਂ, ਚਸਕਿਆਂ ਤੋਂ ਪੈਦਾ ਹੋਏ ਨੇ, ਉਵੇਂ ਕੋਈ ਰੋਗ ਨਹੀਂ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਚਸਕਿਆਂ ਨੂੰ ਸਾੜ ਦੇ। ਫਿਰ ਧਰਮ ਗ੍ਰੰਥ ਪੜ੍ਹਨ ਦਾ ਅਰਥ ਇਹ ਹੈ ਨਾ ਕਿ ਉਹਨਾਂ ਨੂੰ ਸਮਝ ਕੇ ਅਸੀਂ ਚਸਕਿਆਂ ਤੋਂ ਬਚੀਏ, ਅਸੀਂ ਆਪਣੀ ਜ਼ਿੰਦਗੀ ਅੰਦਰ ਤ੍ਰਿਸ਼ਨਾ ਵੱਲੋਂ ਬਚੀਏ, ਸਾਡੇ ਅੰਦਰ ਸੰਤੋਖ ਪੈਦਾ ਹੋਏ, ਸਾਡੇ ਅੰਦਰੋਂ ਇਹ ਕ੍ਰੋਧ ਆਦਿਕ ਜਾਂ ਕਾਮ ਆਦਿਕ ਜਿਹੜੇ ਨੇ ਇਹ ਸ਼ਾਂਤ ਹੋ ਜਾਣ। ਸਤਿਗੁਰੂ ਜੀ ਕਹਿੰਦੇ ਜਦੋਂ ਤੂੰ ਇਹ ਕਰ ਲਏਗਾ ਤੇ ਸਮਝ ਲਾ ਕਿ ਤੇਰਾ ਪਾਠ ਜਿਹੜਾ ਪ੍ਰਵਾਨ ਹੋ ਗਿਆ, ਤੇਰੇ ਕੀਤੇ ਜਗ ਜਿਹੜੇ ਪ੍ਰਵਾਨ। ਇਹੀ ਤੇਰੇ ਲਈ ਜਗ ਹੈ, ਇਹੀ ਤੇਰੇ ਲਈ ਪਾਠ ਹੈ।
पर जे ये जिंदगी दे अंदर चस्कियां ते तू काबू ना पा सकिया, जे तृष्णा तो मुक्त ना हो सकिया, जे विकारां तो मुक्त ना हो सकिया, फिर जिन्ने मर्जी पाठ करी जा, किसी अर्थ नहीं है। एवें रेत विच पानी डोलण का की अर्थ होया? पाठ करन दा अर्थ है कि इन्हां औगणां दे उपर जित प्राप्त करनी। ते सतगुरु सच्चे पातशाह जी कहंदे ने, फिर जो तिस भावे सो परवान। जदों तू ये कुछ कर लेगा ना, फिर जो परमात्मा कर दे तो उन्होंने प्रवान कर लेगा, उसकी रजा च आ जाएगा। कदों? जदों धर्म ग्रंथां नूं पढ़दे आ, अपने अंदरों स्वादां नूं खत्म कर देवेंगा, अपने अंदरों तृष्णा ते काबू पा लेगा, अपने अंदर काम क्रोध के उपर तू जित प्राप्त कर लेगा, फिर तू रब की रजा च आ जाएगा, तेरा जीवन सफल हो जाएगा। सतगुरु जी ने एक होर गल कही, देखो कई बार बंदा की हुंदा है, आप जे राज भाग वाला नहीं है तो कईयां दी चिट्ठी लैके तुर पैंदा कि आ चिट्ठी फलाने मंत्री दी है, फलाने अफसर दी है, मिनिस्टर दी है, राहदारी जिन्हों कहंदे ने। सतगुरु जी कहंदे, बंदिया जे तू जिंद अगे रब दे दर ते प्रवान होना चाहुंदा है ना, फिर तप कागद तेरा नाम निशान। तप लोकी तप करदे ना, शरीर नूं कष्ट दिंदे ने, इहो तप नहीं है। तप दा अर्थ है कि वाहिगुरू जी दे प्यार जोड़ना, सिमरन करना, सेवा करनी। यह जिहड़ा तप है ना, यही तेरा कागज है, नाम निशान। ते तप की करना है? परमात्मा के नाम में जुड़न का तप करना है, उद्यम करना है, यत्न करना है। ये जिहड़ा नाम है ना, ये तेरे लिए एक राहदारी है, वो चिट्ठी है। जिहड़ी चिट्ठी लैके नहीं लोग जाते कि फलाने की चिट्ठी है मेरे को, वो चिट्ठी दिखा दिओ, रोकदा कोई नहीं है कि इहदे कोल है भी राहदारी। सतगुरु जी कहंदे, तप कर, ये कागज है, भाव सेवा कर, सिमरन कर, तेरा कागज है। नाम नाल जुड़, ये तेरा परवाना है, राहदारी है। जिनको लिखिया इहो निधान, जिन्होंने जिंदगी अंदर ये खजाना मिल गया, केड़ा? वाहिगुरू जी के नाम का, वाहिगुरू जी के प्यार में जुड़न का। से धनवंत दिसहें घर जाए, असली धनवान वो लोग ने। धनवान वो नहीं है जिहदे को बहुत पदार्थ है। पदार्थ होने माड़ी गल नहीं है, कोई मेहनत करके कमाए चंगी गल है, लेकिन पदार्थां नाल धनवान नहीं बंदा बनता। धनवान कदों बनता है बंदा? जदों उहदे अंदर संतोख आउंदा है, जदों उहदे अंदर रब्बी प्यार आ जाता है, उहदे अंदर दैवी गुण आ जाते हैं। सतगुरु जी कहते हैं, इस ओ मनुख धरती ते धनवान ने, नानक जननी धनी माए। सतगुरु साहब जी कहते कि उहदी मां धन है भी जिन्हें इनू इहो जिहे व्यक्ति नू जन्म दिता है। सतगुरु जी ने विचार इत्थों शुरू कीते सी कि ऐसा दारू खाए गवार, जित खादे तेरे जाए विकार। ਉਹ ਭਲਿਆ ਇਹੋ ਜਿਹਾ दारू जिंदगी च वरत, दवाई वरत, जिस दे वरतन नाल तेरी जिंदगी च विकार दूर होण, औगण दूर होण, तू दुखां तो बच सके। दुखां तो बचण लई असीं दारू दवाई वरतदे हां। दुखां तो बचण दे लई बंदा राज भाग दा आसरा लैंदा है। दुखां तो बचण दे लई बंदा अपने सरीरक बल का आसरा लेंदा है। दुखों तो बचन दे लई बंदा पाठ पूजा का आसरा लेंदा है, धर्म का आसरा लेंदा है, बड़े आसरे लेंदा है। ते सतगुरु जी ने इन्हां दुखों तो बचन दे लई सानू सारियां दी गल करके वाहिगुरू जी के नाम नाल जुड़न की गल कही। सतगुरु जी कहंदे ने, जिवें हकीम दवाई बनाउंदा ना, तू भी एक दवाई बना के रोज़ खाया कर। वो किहड़ी दवाई? कि जिहड़े तेरे दुख ने जहर वर्गे ने, इन्हां नूं तू संतोख दी सिला ते रख, विच नाम दा मसाला पा, फिर दान दे वट्टे दे नाल इन्हां नूं रगड़, भाव नाम जप संतोख धारण कर, ते मनुखता दी अपने हत्थीं कुछ सेवा कर। दान दा अर्थ हुंदा है सेवा करनी। दान दा अर्थ कोई कल्ला रुपये पैसे देने तो नहीं है। दान दा अर्थ है कि जिस तरह भी असीं दुनिया तो अगे हाँ, जे असीं ज्ञान करके अगे हाँ, जे असीं रुतबे करके अगे हाँ, जे असीं बल करके लोकां तो वड्डे हाँ, जे असीं होर किसी पक्ष तो सरीरक ताकत करके राजनीतिक ताकत करके वड्डे हाँ, तो उहदे राहीं फिर दूजियां दी मदद करनी, इनू दान कहंदे ने। दूजियां नूं अगे वधाउण दा, डिवेलप करन दा यतन करना, ज्ञान राहीं, ताकत राहीं, बल राहीं, साधना दे राहीं होर समाज नूं उच्चे चुकण दा यतन करना, ये दान है गुरमत ने दिता। कल्ला रोटियां खवाई जाण दा अर्थ ही दान नहीं है। चलो ये भी सानू वाहिगुरू ने दातां दित्तियां ने, लोड़वंदां च वंड के छकना बहुत भली गल है, लेकिन दान की परिभाषा बड़ी तगड़ी है। सतगुरु जी कहंदे, तेरे हाथ च होए दान का वट्टा, भाव दूजियां ते परोपकार करन दी भावना, तो फिर इहो जिहा एक दारू बनेगा, दवाई बनेगी, तू रोज़ वरत्या कर।
ਤੇਰਾ ਸਰੀਰ ਕਮਜ਼ੋਰ ਹੀ ਨਹੀਂ ਹੋਏਗਾ। ਰੋਗਾਂ ਦੇ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ, ਸਰੀਰ ਸਹਿਜੇ ਸਹਿਜੇ ਖਤਮ ਹੋ ਜਾਂਦਾ ਹੈ। ਇਵੇਂ ਜ਼ਿੰਦਗੀ ਅੰਦਰ ਦੁੱਖ ਹੋਣ ਤੇ ਉਹ ਵੀ ਮਨੁੱਖ ਦੀ ਜ਼ਿੰਦਗੀ ਅੰਦਰ ਕਮਜ਼ੋਰੀ ਦਾ ਕਾਰਨ ਬਣਦੇ ਨੇ। ਦੁੱਖ ਹੀ ਨੇ ਜਿਹੜੇ ਸਾਨੂੰ ਜ਼ਿੰਦਗੀ ਦੇ ਅੰਦਰ ਰੋਗਾਂ ਕਰਕੇ ਕਮਜ਼ੋਰ ਕਰ ਦਿੰਦੇ ਨੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਦਾਰੂ ਵਰਤ, ਤੈਨੂੰ ਕੋਈ ਰੋਗ ਤੇਰੇ ਸਰੀਰ ਨੂੰ ਕਮਜ਼ੋਰ ਨਹੀਂ ਕਰ ਸਕੇਗਾ ਔਰ ਜਮ ਵੀ ਤੇਰੇ ਨੇੜੇ ਨਹੀਂ ਆ ਸਕਣਗੇ। ਫਿਰ ਸਤਿਗੁਰੂ ਜੀ ਨੇ ਕਿਹਾ ਸੀ, ਆ ਜਿਹੜਾ ਧਨ ਦੌਲਤ ਰਾਜ ਜੋ ਬੰਦਾ ਤੂੰ ਆਸਰਾ ਲਿਆ ਤੇ ਛਾਂ ਵਾਂਗੂ ਨੇ, ਇਹਨਾਂ ਦਾ ਆਸਰਾ ਲਿਆ ਤੂੰ ਕਿੰਨਾ ਕੁ ਚਿਰ ਸੁਖੀ ਰਹੇਗਾ, ਛਾਂ ਤੇ ਸਦਾ ਨਹੀਂ ਰਹਿੰਦੀ। ਇਸ ਕਰਕੇ ਤੂੰ ਵਾਹਿਗੁਰੂ ਜੀ ਦੇ ਨਾਮ ਦਾ ਆਸਰਾ ਲੈ, ਜਿਨੇ ਸਦਾ ਤੇਰਾ ਸਾਥ ਦੇਣਾ ਹੈ। ਕਿਉਂਕਿ ਇਹ ਜਿਹੜਾ ਧਨ ਜੋਬਨ ਜਾਂ ਹੋਰ ਚੀਜ਼ਾਂ ਨੇ ਇਹ ਇੱਥੇ ਚੱਲ ਸਕਦੀਆਂ ਨੇ, ਇੱਥੇ ਤੂੰ ਲੋਕਾਂ ਨੂੰ ਦੱਸ ਕੇ ਆਪਣਾ ਰੋਬ ਰੱਬ ਬਣਾ ਸਕਦਾ ਦੁੱਖਾਂ ਤੋਂ, ਤੇ ਇੱਥੇ ਵੀ ਇਹਦੇ ਨਾਲ ਮੁਕਤ ਨਹੀਂ ਹੋਇਆ ਜਾ ਸਕਦਾ। ਕਿਉਂਕਿ ਵੱਡੇ ਵੱਡੇ ਰੁਤਬਿਆਂ ਤੇ ਬੈਠੇ ਵੀ ਬੜੇ ਦੁਖੀ ਨੇ, ਬੜੇ ਪਰੇਸ਼ਾਨ ਨੇ, ਰੋਗੀ ਨੇ। ਔਰ ਆਪਾਂ ਕਿਵੇਂ ਇਹਨਾਂ ਦੇ ਨਾਲ ਜੁੜ ਕੇ ਬਚ ਜਾਵਾਂਗੇ? ਤੇ ਗੁਜ਼ਰਾਨ ਨੇ ਸਾਡੀ ਜ਼ਿੰਦਗੀ 'ਚ, ਲੋੜਾਂ ਨੇ ਇਹਨਾਂ ਦੀਆਂ ਜ਼ਰੂਰੀ ਨੇ, ਪਰ ਇਹ ਦੁੱਖਾਂ ਤੋਂ ਨਹੀਂ ਬਚਾ ਸਕਦੇ। ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਤੇ ਜਿਵੇਂ ਸੂਰਜ ਚੜ੍ਹਦਾ ਤੇ ਪਰਛਾਵਾਂ ਢਲ ਜਾਂਦਾ ਹੈ ਨਾ, ਇਸੇ ਤਰੀਕੇ ਨਾਲ ਇਹ ਚੱਲ ਜਾਣਾ ਹੈ। ਇਹ ਚੀਜ਼ਾਂ ਇੱਥੇ ਚੱਲ ਸਕਦੀਆਂ ਨੇ ਕਿਉਂਕਿ ਇੱਥੇ ਹਨੇਰਗਰਦੀ ਹੈ ਸਮਾਜ ਦੇ ਅੰਦਰ, ਪਰ ਪ੍ਰਮਾਤਮਾ ਦੇ ਦਰ ਤੇ ਚਾਨਣ ਹੈ। ਉੱਥੇ ਇਹਨਾਂ ਚੀਜ਼ਾਂ ਦਾ ਕੋਈ ਰੋਬ ਨਹੀਂ ਚੱਲਣਾ, ਕੋਈ ਵਾਸਤਾ ਨਹੀਂ ਚੱਲਣਾ। ਸਤਿਗੁਰੂ ਜੀ ਕਹਿੰਦੇ ਇੱਕ ਤੂੰ ਆਸਰਾ ਲੈਂਦਾ ਹੈ ਧਰਮ ਦਾ, ਜਗ ਕਰਦਾ ਹੈ, ਪੂਜਾ ਕਰਦਾ ਹੈ, ਹੋਰ ਬਹੁਤ ਕੁਝ ਕਰਦਾ ਹੈ, ਤੇ ਤੂੰ ਇਦਾਂ ਕਰ, ਆਪਣੇ ਜਿਹੜੇ ਤੇਰੀ ਜ਼ਿੰਦਗੀ ਦੇ ਅੰਦਰ ਸਵਾਦ ਚਸਕੇ ਇਹਨਾਂ ਨੂੰ ਲੱਕੜਾਂ ਵਾਂਗੂ ਸਾੜ ਦੇ। ਇਹ ਵਿੱਚ ਤੂੰ ਤ੍ਰਿਸ਼ਨਾ ਦਾ ਘਿਓ ਪਾ, ਉਹ ਵੀ ਸਾੜ ਦੇ ਇੱਥੇ ਪਾ ਕੇ। ਇਹਦੇ ਵਿੱਚ ਕਾਮ ਕ੍ਰੋਧ ਨੂੰ ਅੱਗ ਦੇ ਵਿੱਚ ਸਾੜ ਦੇ। ਫਿਰ ਕੀ ਹੋਏਗਾ? ਇਹੀ ਤੇਰਾ ਪਾਠ ਹੋ ਜਾਏਗਾ, ਇਹੀ ਤੇਰਾ ਹੋਮ ਜਗ ਹੋ ਜਾਏਗਾ। ਫਿਰ ਤੈਨੂੰ ਰੱਬ ਦੀ ਰਜ਼ਾ ਮਿੱਠੀ ਲੱਗੇਗੀ। ਜਦੋਂ ਤੇਰੇ ਅੰਦਰੋਂ ਇਹ ਔਗਣ ਮਿਲ ਜਾਣਗੇ, ਤੂੰ ਵਾਹਿਗੁਰੂ ਜੀ ਦੇ ਭਾਣੇ 'ਚ ਆ ਕੇ ਰੋਜ਼ ਇਹ ਗੱਲ ਕਾਇਆ ਕਰੇਂਗਾ ਕਿ ਜੋ ਤੁਧ ਭਾਵੇ ਸਾਈ ਭਲੀਕਾਰ। ਵਾਹਿਗੁਰੂ ਜੀ ਜੋ ਤੁਹਾਨੂੰ ਚੰਗਾ ਲੱਗਦਾ ਉਹ ਕੰਮ ਠੀਕ ਹੈ। ਜਦੋਂ ਤੂੰ ਰੱਬ ਦੀ ਰਜ਼ਾ 'ਚ ਆ ਗਿਆ, ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਗਿਆ, ਸਤਿਗੁਰੂ ਜੀ ਕਹਿੰਦੇ ਇਹ ਜੋ ਤੂੰ ਵਾਹਿਗੁਰੂ ਜੀ ਦੇ ਪਿਆਰ ਜੁੜਨ ਦਾ ਉਦਮ ਕਰੇਂਗਾ ਨਾ, ਇਹ ਤੇਰੀ ਰਾਹਦਾਰੀ ਹੈ, ਅੱਗੇ ਜਾਣ ਦੇ ਲਈ ਪਰਵਾਨਾ ਹੈ। ਇਸ ਕਰਕੇ ਇਹ ਭਾਗਾਂ ਵਾਲਿਆਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਕੋਲ ਇਹ ਖਜ਼ਾਨਾ ਹੈ। ਸਤਿਗੁਰੂ ਜੀ ਕਹਿੰਦੇ ਉਹੀ ਧਨਵੰਤ ਨੇ ਇਸ ਧਰਤੀ ਤੇ, ਉਹਨਾਂ ਦੀ ਮਾਂ, ਉਹਨਾਂ ਦੇ ਮਾਪੇ ਧਨ ਨੇ ਜਿਨ੍ਹਾਂ ਨੇ ਇਸ ਧਨ ਨੂੰ ਇਕੱਤਰ ਕਰ ਲਿਆ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਇਹ ਪਵਿੱਤਰ ਸ਼ਬਦ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਮਲਾਰ ਰਾਗ ਵਿੱਚ 1257 ਅੰਕ ਤੇ ਅੰਕਿਤ ਹੈ। ਸਤਿਗੁਰੂ ਜੀ ਨੇ ਜ਼ਿੰਦਗੀ ਅੰਦਰ ਦੁੱਖਾਂ ਤੋਂ, ਵਿਕਾਰਾਂ ਤੋਂ, ਔਗਣਾਂ ਤੋਂ ਬਚਣ ਦੇ ਲਈ ਸਾਨੂੰ ਬੜੀ ਸੋਹਣੀ ਜੁਗ ਦਰਸਾਈ ਹੈ। 3-4 ਬਿੰਬ ਪਰ ਸਤਿਗੁਰੂ ਜੀ ਨੇ ਉਦਾਹਰਨਾਂ ਵਰਤ ਕੇ, ਇੱਕ ਦਵਾਈ ਦਾ ਉਦਾਹਰਣ ਵਰਤ ਕੇ, ਇੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁਨਿਆਵੀ ਪਦਾਰਥਾਂ ਦੀ ਗੱਲ ਕਰਦੇ ਹਾਂ, ਜਿਵੇਂ ਆਪਾਂ ਜਗ ਲੋਕ ਕਰਦੇ ਨੇ, ਹਵਨ ਕਰਦੇ ਨੇ, ਉਹਦੀ ਗੱਲ ਵਰਤ ਕੇ, ਇਸ ਤਰੀਕੇ ਨਾਲ ਦੁਨਿਆਵੀ ਰਾਜ ਭਾਗ ਦੀ ਗੱਲ ਕਰਦਿਆਂ ਹੋਇਆਂ ਕੇਵਲ ਤਾਂ ਕੇਵਲ ਸਾਨੂੰ ਇੱਕ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਜ਼ਿੰਦਗੀ ਦੇ ਅੰਦਰ ਧਨ ਬਣਨ ਦੀ ਪ੍ਰੇਰਣਾ ਕੀਤੀ ਹੈ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਕੇ ਇਹ ਬੜੇ ਅਮੋਲ ਵਚਨ ਸਾਡੇ ਹਿਰਦੇ 'ਚ ਵਸਣ। ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀਓ। ਭੁੱਲ ਚੁੱਕ ਦੀ ਖਿਮਾ। ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਨਾਮ, ਦਾਨ, ਇਸ਼ਨਾਨ, ਸਿੱਖੀ, ਸਿਰਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨ ਜੀਓ। ਪਿਆਰ ਸਤ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।